ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਪੁਨੀਤ। ਤੁਸੀਂ ਵੇਖ ਰਹੇ ਹੋ ਦ ਬੈਨੇਪਾਲ ਸ਼ੋ। ਇੱਕ ਵਾਰੀ ਫਿਰ ਤੋਂ ਤਹਿ ਦਿਲੋਂ ਸਵਾਗਤ ਕਰਦੀ ਹਾਂ ਜੀ ਤੁਹਾਡਾ। ਮੈਂ ਪਹਿਲੇ ਦੱਸ ਦਵਾਂ ਕਿ ਅੱਜ ਪਿੱਛੋਂ ਥੋੜੀ ਜੀ ਆਵਾਜ਼ ਜਿਹੜੀ ਹੈ, ਨੋਇਜ਼ ਤੁਹਾਨੂੰ ਥੋੜੀ ਬਹੁਤ ਆ ਸਕਦੀ ਹੈਗੀ ਆ, ਕਿਉਂਕਿ ਮੈਂ ਸ਼ੋ ਥੋੜਾ ਜਿਹਾ ਸਮੇਂ ਤੋਂ ਪਹਿਲਾਂ ਕੀਤਾ ਤੇ ਰੀਜ਼ਨ ਇਹ ਹੈਗਾ ਕਿ ਮੈਂ ਕਿਤੇ ਜ਼ਰੂਰੀ ਜਾਣਾ। ਤੁਹਾਨੂੰ ਪਤਾ ਹੀ ਆ ਕਿ ਮੈਂ ਕੱਲ ਨਹੀਂ ਸੀ ਆਈ, ਕੱਲ ਮੇਰੀ ਛੁੱਟੀ ਲੱਗ ਗਈ ਤੇ ਜਦੋਂ ਛੁੱਟੀ ਲੱਗ ਗਈ ਤੇ ਫਿਰ ਤੁਹਾਡਾ ਤੇ ਫਾਇਦਾ ਹੋ ਗਿਆ, ਕਿਉਂਕਿ ਤੁਹਾਨੂੰ ਬੈਨੇਪਾਲ ਸਾਹਿਬ ਦੇ ਨਾਲ ਵਕਤ ਗੁਜ਼ਾਰਨ ਦਾ ਮੌਕਾ ਉਹ ਮਿਲ ਗਿਆ ਤੇ ਉਹਨਾਂ ਥਾਣੀ ਖਬਰਾਂ ਸੁਣਨ ਦਾ ਮੌਕਾ ਮਿਲ ਗਿਆ। ਮੈਨੂੰ ਸਭ ਨੂੰ ਪਤਾ ਹੈ, ਮਤਲਬ ਮੈਨੂੰ ਨਹੀਂ, ਤੁਹਾਨੂੰ ਵੀ ਸਭ ਨੂੰ ਪਤਾ ਹੈ ਕਿ ਉਹ ਤੁਹਾਡੇ ਸਾਰਿਆਂ ਦੇ ਫੇਵਰਿਟ ਹੈਗੇ ਨੇ, ਤੁਸੀਂ ਉਹਨਾਂ ਨੂੰ ਪਸੰਦ ਕਰਦੇ ਹੈਗੇ ਹੋ ਜ਼ਿਆਦਾ। ਉਹਨਾਂ ਦਾ ਸ਼ੋਅ ਹੈ, ਉਹਨਾਂ ਦੇ ਨਾਂ ਤੇ ਸ਼ੋਅ ਹੈ ਤੇ ਉਹਨਾਂ ਨੇ ਹੀ ਅੱਗੇ ਕਰਨਾ ਹੈਗਾ ਤੇ ਉਹਨਾਂ ਨੂੰ ਪਸੰਦ ਕਰਨਾ ਤਾਂ ਬਣਦਾ ਹੀ ਹੈ ਨਾ। ਸੋ ਬੈਨੇਪਾਲ ਜੀ ਜਿਹੜੇ ਹੈਗੇ ਨੇ, ਉਹਨਾਂ ਨੇ ਇੱਕ ਦਿਨ ਮੇਰਾ ਸਾਥ ਦਿੱਤਾ ਤੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਆ। ਤੇ ਦਰਸ਼ਕ ਜਿਹੜੇ ਨੇ ਉਹ ਖੁਸ਼ ਵੀ ਹੋ ਗਏ ਕਿ ਹਾਂਜੀ ਸਾਡੇ ਬੈਨੇਪਾਲ ਸਾਹਿਬ ਇਜ਼ ਬੈਕ। ਲੇਕਿਨ ਤੁਹਾਨੂੰ ਦੱਸ ਦਈਏ ਕਿ ਹੀ ਵਿਲ ਬੀ ਬੈਕ, ਉਹ ਛੇਤੀ ਆ ਜਾਣਗੇ ਪਰ ਅਜੇ ਕੁਝ ਦਿਨ ਬਾਕੀ ਹੈਗੇ ਆ। ਮਤਲਬ ਬਹੁਤ ਜ਼ਿਆਦਾ ਦਿਨ ਬਾਕੀ ਨਹੀਂ ਹੈਗੇ ਪਰ ਕੁਝ ਦਿਨ ਜਿਹੜੇ ਨੇ ਉਹ ਬਾਕੀ ਹੈਗੇ ਆ। 15 ਤਰੀਕ ਤੱਕ ਤੁਹਾਨੂੰ ਉਹ ਆਪਣੀ ਸਟੂਡੀਓ ਦੇ ਵਿੱਚ ਮਿਲਣਗੇ, ਆਪਣੀ ਟੇਬਲ ਚੇਅਰ ਤੇ ਤੁਹਾਨੂੰ ਮਿਲਣਗੇ। ਪਿੱਛੋਂ ਜਿਹੜੀਆਂ ਆਵਾਜ਼ਾਂ ਆਉਂਦੀਆਂ ਨੇ, ਕਦੀ ਕੁੱਤਿਆਂ ਦੀਆਂ ਆਉਂਦੀਆਂ, ਕਦੀ ਕਿਸੇ ਦੀਆਂ ਆਉਂਦੀਆਂ, ਕਦੀ ਡਰਿਲ ਦੀਆਂ ਆਉਂਦੀਆਂ, ਕਿਉਂਕਿ ਸਾਹਮਣੇ ਮੇਰੇ ਨਾ ਕੰਸਟਰਕਸ਼ਨ ਚੱਲ ਰਹੀ ਹੈਗੀ ਆ। ਸੋ ਇਸ ਤਰ੍ਹਾਂ ਦੀਆਂ ਡਿਸਟਰਬੈਂਸਸ ਤੁਹਾਨੂੰ ਉੱਥੇ ਨਹੀਂ ਹੋਣਗੀਆਂ। ਸੋ ਸੌਖਾ ਸ਼ੋਅ ਜਿਹੜਾ ਹੈ ਉਹ ਤੁਸੀਂ ਸੁਣ ਸਕੋਗੇ। ਬਾਕੀ ਛੁੱਟੀ ਤੇ ਮੇਰੀ ਕੱਲ ਲੱਗ ਗਈ, ਕੋਈ ਗੱਲ ਨਹੀਂ। ਵਿਸਤਾਰ ਨਾਲ ਖਬਰਾਂ ਜਿਹੜੀਆਂ ਉਸ ਤੇ ਅਸੀਂ ਚਰਚਾ ਕਰਨੀ ਹੈਗੀ ਆ। ਅੱਜ ਦਾ ਵੀ ਜਿਹੜਾ ਸ਼ੋਅ ਹੈ, ਇਸ 'ਚ ਵੀ ਬੜੀਆਂ ਭਿੰਨ ਤਰ੍ਹਾਂ ਦੀਆਂ ਖਬਰਾਂ, ਤੇ ਜਦੋਂ ਅਸੀਂ ਅੱਜ ਇਹਨਾਂ ਖਬਰਾਂ ਦੇ ਉੱਤੇ ਚਰਚਾ ਕਰਾਂਗੇ ਤਾਂ ਨਾਲੋਂ ਨਾਲ ਉਸਦਾ ਐਨਾਲਿਸਿਸ ਵੀ ਕਰਾਂਗੇ। ਕੁਝ ਉਦਾਹਰਨਾਂ ਦੇਣੀਆਂ ਵੀ ਜ਼ਰੂਰੀ ਹੁੰਦੀਆਂ, ਉਸ ਤੇ ਗੱਲ ਕਰਨੀ ਜ਼ਰੂਰੀ ਹੁੰਦੀ ਆ। ਕੋਈ ਸੋਸ਼ਲ ਸਟਰਕਚਰ ਵੀ ਲੈਣ ਦੀ ਲੋੜ ਹੁੰਦੀ ਹੈ। ਇਹ ਨਹੀਂ ਕਿ ਖਬਰ ਦੱਸੀ ਤੇ ਬਸ ਨਿਕਲ ਗਏ। ਉਸ ਤੋਂ ਬਾਅਦ ਸਾਡਾ ਸੋਸ਼ਲ ਸਿਧਾਂਤ ਕੀ ਕਹਿੰਦਾ, ਸਾਨੂੰ ਕਿੱਦਾਂ ਹੋਣਾ ਚਾਹੀਦਾ ਹੈ, ਖਬਰ ਜੇ ਆਈ ਆ ਤੇ ਕਿਉਂ ਆਈ ਆ, ਖਬਰ ਦੇ ਪਿੱਛੇ ਦੀ ਖਬਰ ਕੀ ਆ, ਜਾਂ ਕੋਈ ਖਬਰ ਕੀਤੀ ਸੀ ਤੇ ਉਸ ਦਾ ਫੋਲੋ ਅਪ ਨਹੀਂ ਲਿਆ, ਖਬਰ ਨੂੰ ਉੱਥੇ ਛੱਡ ਦਿੱਤਾ। ਇਹ ਕੰਮ ਮੈਂ ਨਹੀਂ ਜੀ ਕਰਦੀ, ਇਹ ਕੰਮ ਮੈਂ ਕਰਦੀ ਹੀ ਨਹੀਂ। ਤੇ ਜਦੋਂ ਮੈਂ ਖਬਰ ਦੀ ਤਹਿ ਤੱਕ ਜਾਣਾ ਹੁੰਦਾ ਫਿਰ ਮੈਂ ਬਹੁਤ ਚੰਗੀ ਤਰ੍ਹਾਂ ਜਾਣਾ ਹੁੰਦਾ। ਇਹ ਜਾਣਦੇ ਹੈਗੇ, ਜਿਹੜੇ ਮੈਨੂੰ ਜਾਣਦੇ ਆ ਉਹ ਇਸ ਗੱਲ ਨੂੰ ਜਾਣਦੇ ਹੈਗੇ। ਸੋ ਅੱਜ ਦਾ ਇਹ ਜਿਹੜਾ ਸ਼ੋਅ ਆ, ਜਿਵੇਂ ਮੈਂ ਪਹਿਲਾਂ ਹੀ ਦੱਸਦਾ ਕਿ ਬੜਾ ਹੀ ਅੱਜ ਦੇ ਸ਼ੋਅ ਦੇ ਵਿੱਚ ਖਬਰਾਂ ਦੀ ਤਸਵੀਰ ਜਿਹੜੀ ਆ ਬਿਲਕੁਲ ਵੱਖ-ਵੱਖ ਹੋਣ ਵਾਲੀ ਆ। ਸਭ ਤੋਂ ਪਹਿਲਾਂ ਜਿਹੜਾ ਰੁੱਖ ਆਪਾਂ ਸਿਆਸਤ ਦਾ ਹੀ ਕਰਾਂਗੇ ਅੱਜ, ਤੇ ਸਿਆਸਤ ਇਹ ਕਹਿੰਦੀ ਹੈ ਕਿ ਅਕਾਲੀ ਭਾਜਪਾ ਦਾ ਗੱਠਜੋੜ ਨਹੀਂ ਹੋ ਸਕਦਾ, ਹੋ ਹੀ ਨਹੀਂ ਸਕਦਾ। ਸੋ ਇਹ ਗੱਲ ਕਿੰਨੇ ਕਹੀ ਆ, ਇਹ ਗੱਲ ਕਿੰਨੇ ਪੱਕੀ ਕਰਤੀ ਆ, ਕਿਉਂਕਿ ਪਿੱਛੇ ਤੇ ਬਹੁਤ ਸਾਰੀਆਂ ਅਜਿਹੀਆਂ ਸਟੇਟਮੈਂਟਸ ਆਈਆਂ ਪਿੱਛੇ। ਇਹ ਸਾਰੀਆਂ ਗੱਲਾਂ ਜਿਹੜੀਆਂ ਉਹ ਕਹੀਆਂ ਗਈਆਂ, ਕੁਝ ਕੁ ਸਿਆਸਤਦਾਨਾਂ ਦੇ ਵੱਲੋਂ ਕਹੀਆਂ ਗਈਆਂ ਕਿ ਇਹ ਗੱਠਜੋੜ ਜਿਹੜਾ ਹੈ ਜੇ ਹੁੰਦਾ ਆ ਤੇ ਇਟ ਵਿਲ ਬੀ ਗੁੱਡ। ਬਹੁਤ ਸਾਰੇ ਲੋਕ ਜਿਹੜੇ ਉਹ ਵਿੱਚ ਨੂੰ ਇੱਕ ਮਿਡਲਮੈਨ ਬਣ ਕੇ ਕਿ ਇਹ ਗੱਲਾਂ ਕਰਦੇ ਆ ਨਾ ਕਿ ਅਸੀਂ ਕਰਾ ਸਕਦੇ ਹੈਗੇ ਆ, ਜੇ ਕੋਈ ਚਾਹੁੰਦਾ ਹੈ ਤੇ ਅਜਿਹਾ ਹੋ ਸਕਦਾ ਹੈਗਾ। ਮਤਲਬ ਵਿਚਾਲੇ ਜੀ ਗੱਲ ਕਰਕੇ ਜਾਂਦੇ, ਡਾਇਰੈਕਟ ਨਹੀਂ ਕਰਦੇ, ਪਰ ਕਹਿ ਦਿੰਦੇ ਆ ਕਿ ਬਈ ਨਹੀਂ ਗੱਠਜੋੜ ਹੋਏਗਾ ਤੇ ਵਧੀਆ ਹੈ, ਬੜਾ ਵਧੀਆ ਗੱਠਜੋੜ ਚੱਲਿਆ ਹੈਗਾ ਇੰਨੇ ਸਾਲ। ਪਰ ਅੱਜ ਮਨਾ ਕਰ ਦਿੱਤਾ ਗਿਆ ਕਿ ਗੱਠਜੋੜ ਜਿਹੜਾ ਹੈ ਉਹ ਨਹੀਂ ਹੋ ਸਕਦਾ ਹੈਗਾ। ਇਹ ਪੂਰੀ ਗੱਲ ਕੀ ਹੈ, ਇਸ ਬਾਬਤ ਅਸੀਂ ਤੁਹਾਨੂੰ ਅੱਜ ਦੱਸਣਾ ਹੈਗਾ। ਉਸ ਤੋਂ ਬਾਅਦ ਜੀ ਨਵੇਂ ਸਿੰਘ ਸਜੇ ਨੇ, ਵਧੀਆ ਗੱਲ ਆ, ਤੁਸੀਂ ਸਿੱਖੀ ਨੂੰ ਅਪਣਾਉਂਦੇ ਹੈਗੇ ਹੋ। ਪੰਜਾਬ ਦੇ ਵਿੱਚ ਧਰਮ ਪਰਿਵਰਤਨ ਬਹੁਤ ਜ਼ਿਆਦਾ ਹੋ ਰਿਹਾ। ਜਿਹੜਾ ਈਸਾਈ ਭਾਈਚਾਰਾ, ਉਸ ਤੇ ਇਲਜ਼ਾਮ ਲੱਗਦੇ ਨੇ ਕਿ ਇਹ ਜਿਹੜੇ ਪਾਸਟਰ ਹੈਗੇ ਨੇ ਇਹ ਤੰਗ ਕਰੀ ਜਾ ਰਹੇ ਨੇ, ਤੇ ਕਦੀ ਸ਼ਰਾਬ ਦਾ ਲਾਲਚ ਦੇ ਦਿੰਦੇ ਨੇ, ਕਦੀ ਪੈਸਿਆਂ ਦਾ ਲਾਲਚ ਦੇ ਦਿੰਦੇ ਨੇ, ਤੇ ਕਦੀ ਧੜੱਲੇ ਨਾਲ ਤੇ ਕਦੀ ਧਮਕਾ ਕੇ ਡਰਾ ਕੇ ਆਹ ਪਰਿਵਰਤਨ ਕਰੀ ਜਾ ਰਹੇ ਨੇ, ਧਰਮ ਪਰਿਵਰਤਨ। ਪਰ ਕੁਝ ਅਜਿਹੇ ਵੀ ਲੋਕ ਨੇ ਜਿਹੜੇ ਆਪਣੀ ਮਨ ਮਰਜ਼ੀ ਦੇ ਨਾਲ ਸਿੰਘ ਸੱਜ ਜਾਂਦੇ ਨੇ, ਜਿਹੜੇ ਆਪਣੀ ਮਨ ਮਰਜ਼ੀ ਦੇ ਨਾਲ ਚਾਹੁੰਦੇ ਨੇ ਕਿ ਅਸੀਂ ਗੁਰੂ ਦੇ ਲੜ ਲੱਗੀਏ, ਅਸੀਂ ਦਸਮ ਪਿਤਾ ਦੇ ਸਿੰਘ ਬਣੀਏ, ਜਿਹੜੀ ਕਿ ਕੋਈ ਮਾੜੀ ਗੱਲ ਨਹੀਂ ਹੈਗੀ ਇਸ ਦੇ ਵਿੱਚ। ਜਦੋਂ ਕਿਸੇ ਨੂੰ ਲੱਗਦਾ ਹੈਗਾ ਕਿ ਮੈਂ ਸਿੱਖ ਧਰਮ ਦੇ ਲੇਖੇ ਲੱਗਣਾ, ਦਿਸ ਇਜ਼ ਆਲ ਵੈਰੀ ਗੁੱਡ, ਪਰ ਸਿਰਫ ਲੇਖੇ ਲੱਗਣ ਨਾਲ ਕੁਛ ਨਹੀਂ ਹੁੰਦਾ। ਉਹ ਸਿਧਾਂਤ ਜਿਹੜੇ ਨੇ ਉਹ ਕਾਇਮ ਕਰਨੇ ਚਾਹੀਦੇ ਨੇ ਤੇ ਮਰਿਆਦਾ ਪੂਰੀ ਰੱਖਣੀ ਪੈਂਦੀ ਹੈਗੀ ਆ, ਕਿਉਂਕਿ ਜੇ ਸਿੰਘ ਸਜਿਓ ਤੇ ਜ਼ਿੰਮੇਵਾਰੀ ਤੁਹਾਡੇ ਮੋਢਿਆਂ ਦੇ ਉੱਤੇ ਬਹੁਤ ਜ਼ਿਆਦਾ ਵੱਡੀ ਆ ਤੇ ਇਸ ਜ਼ਿੰਮੇਵਾਰੀ ਨੂੰ ਸਮਝਣਾ ਤੁਹਾਡਾ ਫਰਜ਼ ਆ। ਸੋ ਕੌਣ ਫਰਜ਼ ਨਹੀਂ ਸਮਝ ਰਿਹਾ, ਕਿੰਨੇ ਇਹ ਸਾਰੀ ਬਦਨਾਮੀ ਖੱਟ ਲਈ ਹੈ ਤੇ ਕਿੰਨੇ ਮਾਹੌਲ ਜਿਹੜਾ ਹੈ ਪੂਰਾ ਖਰਾਬ ਕਰ ਦਿੱਤਾ ਹੈ, ਇਸ ਤੇ ਚਰਚਾ ਬਹੁਤ ਜ਼ਿਆਦਾ ਜ਼ਰੂਰੀ ਆ। ਫਿਰ ਇਸ ਤੋਂ ਬਾਅਦ ਆ ਬੇਅਦਬੀਆਂ ਜਿਹੜੀਆਂ ਨੇ ਮੁੱਕਦੀਆਂ ਨਹੀਂ, ਸ਼ਰਮ ਜਿਹੜੀ ਹੈ ਇਹ ਆਉਂਦੀ ਨਹੀਂ। ਆ ਦਰਬਾਰ ਸਾਹਿਬ ਦੇ ਲਾਗੇ ਇੱਕ ਵਾਰੀ ਫੇਰ ਤੋਂ ਜਿਹੜਾ ਵਿਰਾਸਤੀ ਮਾਰਗ ਹੈਗਾ, ਉੱਥੇ ਇੱਕ ਵਾਰੀ ਫੇਰ ਤੋਂ ਇੱਕ ਬੰਦਾ ਝੂਮਦਾ ਹੋਇਆ ਨਸ਼ੇ ਦੇ ਵਿੱਚ ਨਜ਼ਰ ਆਇਆ। ਤੇ ਨਸ਼ੇ ਦੇ ਵਿੱਚ ਜਦੋਂ ਇਹ ਝੂਮਦਾ ਹੋਇਆ ਬੰਦਾ ਨਜ਼ਰ ਆਇਆ ਤੇ ਇਹਨੂੰ ਬਾਹ ਫੜ ਕੇ ਬਾਹਰ ਕੱਢਿਆ ਗਿਆ। ਇਹ ਜਦੋਂ ਦੀ ਮੈਂ ਤੁਹਾਡੇ ਨਾਲ
ਤੁਹਾਡੇ ਨਾਲ ਮੇਰਾ ਰਾਬਤਾ ਕਾਇਮ ਹੋ ਰਿਹਾ, ਜਦੋਂ ਦਾ ਹੋ ਰਿਹਾ ਉਦੋਂ ਤੁਸੀਂ ਨੋਟਿਸ ਕੀਤਾ ਹੋਣਾ ਕਿ ਤੀਜੀ ਚੌਥੀ ਘਟਨਾ ਅੱਜ ਮੈਂ ਤੁਹਾਡੇ ਨਾਲ ਡਿਸਕਸ ਕਰ ਰਹੀ ਹਾਂ ਜਿਹੜੀ ਦਰਬਾਰ ਸਾਹਿਬ ਕੰਪਲੈਕਸ ਦੇ ਉਹਦੀ ਪ੍ਰੈਮਿਸਿਸ ਦੇ ਵਿੱਚ ਇਹ ਸਾਰਾ ਕੁਝ ਹੋਇਆ ਹੋਵੇ। ਮੈਨੂੰ ਲੱਗਦਾ ਕਿ ਤੀਜੀ ਚੌਥੀ ਘਟਨਾ ਤੁਹਾਡੇ ਨਾਲ ਮੈਂ ਡਿਸਕਸ ਕਰ ਰਹੀ ਹਾਂ ਤੇ ਇਹ ਮਾਮਲਾ ਜਿਹੜਾ ਹੈ ਇਹ ਨੇੜੇ ਕਿਤੇ ਸੁਲਝਦਾ ਹੋਇਆ ਨਜ਼ਰ ਨਹੀਂ ਆ ਰਿਹਾ। ਨਸ਼ਾ ਕਰ ਰਹੇ ਨੇ ਇਹ ਮਾੜੀ ਗੱਲ, ਫਿਰ ਕਿੱਥੇ ਕਰ ਰਹੇ ਨੇ ਇਹ ਵੀ ਮਾੜੀ ਗੱਲ। ਸੋ ਇਹ ਸਾਰਾ ਕੁਝ ਜਿਹੜਾ ਚੱਲ ਨਹੀਂ ਸਕਦਾ ਹੈਗਾ। ਸੰਗਤ ਜਿਹੜੀ ਉਹ ਦੇਖ ਲੈਂਦੀ ਹੈ ਤੇ ਉਹ ਚੀਜ਼ ਬਰਦਾਸ਼ਤ ਨਹੀਂ ਕਰਦੀ ਹੈਗੀ। ਸੋ ਇਸ ਬਾਰੇ ਵੀ, ਇਸ ਖਬਰ ਬਾਰੇ ਵੀ ਅਸੀਂ ਆਪਸ ਚ ਚਰਚਾ ਜਿਹੜੀ ਹੈ ਉਹ ਜ਼ਰੂਰ ਕਰਨੀ ਹੈਗੀ ਆ। ਫਿਰ ਸੁਸੂ ਕਾਂਡ ਕਿਸੇ ਨੇ ਕਿਤੇ ਸੋਚਿਆ ਸੀ ਕਿ ਸੁਸੂ ਵੀ ਹੈਡਲਾਈਨ ਬਣ ਸਕਦਾ ਹੈ। ਕਿਸੇ ਨੇ ਸੋਚਿਆ ਸੀ ਕਿ ਸੁਸੂ ਜਿਹੜਾ ਹੈ ਯਾਨੀ ਪਿਸ਼ਾਬ ਜਿਹੜਾ ਹੈ ਉਹ ਵੀ ਪੂਰਾ ਹਫਤਾ ਜਿਹੜਾ ਉਹ ਛਾਇਆ ਰਹਿ ਸਕਦਾ ਹੈਡਲਾਈਨਸ ਦੇ ਵਿੱਚ। ਇਹ ਮੈਂ ਕਿਹੜੇ ਕਾਂਡ ਦੀ ਗੱਲ ਕਰ ਰਹੀ ਹਾਂ? ਜਦੋਂ ਉਹ ਬੰਦੇ ਨੇ ਫਲਾਈਟ ਦੇ ਵਿੱਚ ਔਰਤ ਤੇ ਪਿਸ਼ਾਬ ਕਰ ਦਿੱਤਾ, ਉਸ ਤੇ ਗੱਲ ਕਰ ਰਹੀ ਹਾਂ। ਉਸ ਤੇ ਗੱਲ ਕਰਨੀ ਬਹੁਤ ਜ਼ਿਆਦਾ ਜ਼ਰੂਰੀ ਹੈ। ਜਿਵੇਂ ਕਿ ਕੱਲ ਉਸ ਨੂੰ 14 ਦਿਨ ਦੀ ਨਿਆਇਕ ਹਿਰਾਸਤ ਤੇ ਮਿਸ਼ਰਾ ਨੂੰ ਭੇਜ ਦਿੱਤਾ ਸੀ ਜਿਸਨੇ ਇਹ ਕਾਂਡ ਕੀਤਾ, ਪਰ ਇਸ ਤੇ ਗੱਲ ਕਰਨੀ ਬਹੁਤ ਜ਼ਿਆਦਾ ਜ਼ਰੂਰੀ ਹੈ। ਕਿਉਂ ਜ਼ਰੂਰੀ ਹੈ ਉਹ ਮੈਂ ਤੁਹਾਨੂੰ ਥੋੜੀ ਦੇਰ ਬਾਅਦ ਦੱਸਾਂਗੀ। ਮਾਫੀ ਚਾਹਾਂਗੀ, ਪਿੱਛੋਂ ਕੁਝ ਆਵਾਜ਼ਾਂ ਆ ਰਹੀਆਂ ਹੈਗੀਆਂ। ਕੋਸ਼ਿਸ਼ ਮੈਂ ਤਾਂ ਕਿਹਾ ਸੀ ਇਹਨਾਂ ਨੂੰ ਕਿ ਥੋੜੀ ਜਿਹੀ ਠੱਕ ਬੰਦ ਕਰ ਦਿਓ, ਪਰ ਅਜੇ ਉਹ ਠੱਕ ਬੰਦ ਨਹੀਂ ਕਰ ਰਹੇ। ਕੋਈ ਗੱਲ ਨਹੀਂ ਜੀ, ਮਤਲਬ ਥੋੜਾ ਜਿਹਾ ਐਡਜਸਟ ਤੁਹਾਨੂੰ ਕਰਨਾ ਪਏਗਾ ਤੇ ਥੋੜਾ ਬਹੁਤ ਜ਼ਿਆਦਾ ਮੈਂ ਵੀ ਕਰ ਰਹੀ ਹੈਗੀ ਆ। ਸੋ ਇੱਥੇ ਹੁਣ ਤੁਹਾਨੂੰ ਇਹ ਵੀ ਦੱਸ ਦਈਏ, ਪਤਾ ਲੱਗ ਗਿਆ ਹੋਣਾ ਕਿ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਯੂਕੇ ਤੋਂ ਵਾਪਸ ਆ ਗਏ ਨੇ ਤੇ ਸਿੱਧਾ ਉਸ ਸਮਾਧ ਤੇ ਪਹੁੰਚੇ। ਸੰਡੇ ਹੋਣ ਦੇ ਨਾਤੇ ਤੁਹਾਨੂੰ ਪਤਾ ਹੈ ਕਿ ਮਾਈਕ ਫੜ ਕੇ ਉਹ ਆਪਣੇ ਜਜ਼ਬਾਤ ਕਹਿੰਦੇ ਨੇ, ਬੱਚੇ ਨੂੰ ਯਾਦ ਕਰਦੇ ਨੇ ਤੇ ਅੱਜ ਉਹਨਾਂ ਨੇ ਉਸ ਧੀ ਦਾ ਜ਼ਿਕਰ ਕੀਤਾ ਜੀ ਜਿਸ ਨਾਲ ਸਿੱਧੂ ਮੂਸੇਵਾਲੇ ਦਾ ਵਿਆਹ ਹੋਣਾ ਸੀ ਤੇ ਬੜੇ ਦੁਖੀ ਹੋ ਕੇ ਉਹਨਾਂ ਨੇ ਉਸ ਧੀ ਦਾ ਜ਼ਿਕਰ ਕੀਤਾ। ਕੀ ਕੁਝ ਕਿਹਾ ਤੇ ਮੀਡੀਆ ਵਾਲਿਆਂ ਵਾਸਤੇ ਅੱਜ ਇੱਕ ਸਲਾਹ, ਕੌੜੀ ਤਾਂ ਬਹੁਤ ਲੱਗੂ ਪਰ ਸਲਾਹ ਜਿਹੜੀ ਹੈ ਅੱਜ ਉਹਨਾਂ ਨੇ ਇੱਕ ਦਿੱਤੀ ਹੈਗੀ ਆ। ਸੋ ਇਹ ਸਲਾਹ ਮੰਨਣਾ ਸਭ ਨੂੰ ਚਾਹੀਦੀ ਹੈ ਜਿਹੜੀ ਸਲਾਹ ਦਿੱਤੀ ਹੈ ਬਲਕੌਰ ਸਿੰਘ ਨੇ। ਫਿਰ ਇੱਕ ਜਿਹੜੀ ਫੋਟੋ ਵਾਇਰਲ ਹੋ ਰਹੀ ਹੈਗੀ ਆ 에ਅਰਪੋਰਟ ਤੇ, ਗੱਟੇ ਵਾਲੀ ਫੋਟੋ ਵਾਇਰਲ ਹੋ ਰਹੀ ਹੈਗੀ ਆ ਕਿ ਟੱਚ ਹੀ ਨਹੀਂ ਲਿਆ, ਗੱਟਾ ਚੱਕ ਲਿਆ। ਉਸ ਵਾਇਰਲ ਫੋਟੋ ਦਾ ਸੱਚ ਸਾਹਮਣੇ ਆਇਆ ਹੈ। ਉਹ ਸੱਚ ਕੀ ਕਹਿੰਦਾ ਹੈ ਇਸ ਤੇ ਵੀ ਡਿਸਕਸ ਜਿਹੜਾ ਹੈ ਉਹ ਜ਼ਰੂਰ ਕਰਾਂਗੇ। ਸੋਸ਼ਲ ਜੀ ਖਬਰ ਹੈ, ਲਾਈਟ ਜੀ ਖਬਰ ਹੈ, ਕੋਸ਼ਿਸ਼ ਕਰਾਂਗੇ ਜਾਂਦੇ ਇਸ ਨੂੰ ਲਾਈਟ ਵੇ ਨਾਲ ਹੀ ਲੈ ਕੇ ਜਾਈਏ, ਪਰ ਫਿਲਹਾਲ ਕੰਮ ਭਾਰਾ ਕਰਨਾ ਪੈਣਾ। ਪਹਿਲੀ ਖਬਰ ਸਿਆਸਤ ਨਾਲ ਲਿੰਕ ਰੱਖਦੀ ਹੈ ਤੇ ਉਹ ਖਬਰ ਇਹ ਕਹਿੰਦੀ ਹੈ ਜੀ ਕਿ ਅਕਾਲੀ ਭਾਜਪਾ ਦਾ ਗੱਠਜੋੜ ਹੋ ਨਹੀਂ ਸਕਦਾ। ਇਹ ਗੱਠਜੋੜ ਹੋ ਹੀ ਨਹੀਂ ਸਕਦਾ ਤੇ ਇਹ ਬੀਜੇਪੀ ਸਟੇਟ ਪ੍ਰੈਜ਼ੀਡੈਂਟ ਜਿਹੜੇ ਹੈਗੇ ਆ ਅਸ਼ਵਨੀ ਸ਼ਰਮਾ, ਇਹ ਉਹਨਾਂ ਨੇ ਕਿਹਾ ਹੈ। ਉਹਨਾਂ ਨੇ ਕਿਹਾ ਕਿ ਗੱਠਜੋੜ ਨਹੀਂ ਹੋ ਸਕਦਾ। ਉਹਨਾਂ ਨੇ ਕਿਹਾ ਕਿ ਜਿਹੜੀਆਂ ਗੱਠਜੋੜ ਦੀਆਂ ਸ਼ੁਰਲੀਆਂ ਜੋ ਛੱਡਦੇ ਨੇ ਨਾ ਵਿੱਚ ਆ ਜਿਹੜੀਆਂ ਸ਼ੁਰਲੀਆਂ ਛੱਡਦੇ ਨੇ, ਆ ਸ਼ੁਰਲੀਆਂ ਛੱਡਣੀਆਂ ਬੰਦ ਕਰ ਦਿਓ ਕਿਉਂਕਿ ਇਹ ਗੱਠਜੋੜ ਆਪ ਅਕਾਲੀਆਂ ਨੇ ਤੋੜਿਆ ਸੀ। ਤੁਹਾਨੂੰ ਪਤਾ ਹੋਏਗਾ ਕਿ ਕਿਸਾਨ ਅੰਦੋਲਨ ਵੇਲੇ ਇਹ ਗੱਠਜੋੜ ਤੋੜਿਆ ਗਿਆ ਸੀ। ਪਹਿਲਾਂ ਤੇ ਸੁਖਬੀਰ ਸਿੰਘ ਬਾਦਲ ਇਹ ਚੀਜ਼ ਜਿਹੜਾ ਇੱਕ ਡਾਕੂਮੈਂਟ ਲੈ ਕੇ ਆਉਂਦੇ ਸੀ ਉੱਤੇ ਪਿੰਕ ਕਲਰ ਦੇ ਨਾਲ ਮੈਨੂੰ ਯਾਦ ਹੈ ਕਿ ਹਾਈਲਾਈਟ ਕੀਤਾ ਹੁੰਦਾ ਸੀ, ਦੇਖੋ ਜੀ ਆ ਕਾਨੂੰਨ ਕਿੰਨੇ ਸਹੀ ਨੇ। ਪਰ ਬਾਅਦ ਚ ਜਦੋਂ ਦੇਖਿਆ ਕਿ ਅੰਦੋਲਨ ਜਿਹੜਾ ਹੈ ਇੱਕ ਲਹਿਰ ਬਣ ਗਈ ਤੇ ਬੀਜੇਪੀ ਨਾਲ ਉਹਨਾਂ ਨੇ ਗੱਠਜੋੜ ਜਿਹੜਾ ਹੈ ਉਹ ਤੋੜ ਲਿਆ ਸੀ। ਬਾਅਦ ਚ ਉਹੀ ਕਾਨੂੰਨ ਉਹਨਾਂ ਨੂੰ ਗਲਤ ਲੱਗਣੇ ਸ਼ੁਰੂ ਹੋ ਗਏ। ਹੁਣ ਗੱਲ ਇੱਥੇ ਆ ਕਿ ਅਸ਼ਵਨੀ ਸ਼ਰਮਾ ਨੇ ਇਹ ਗੱਲ ਕਹਿਤੀ, ਉਸ ਤੋਂ ਪਹਿਲਾਂ ਬਹੁਤ ਸਾਰੇ ਅਜਿਹੇ ਸਿਆਸਤਦਾਨ ਜਿਹੜੇ ਕਿ ਇਹ ਗੱਲ ਕਹਿੰਦੇ ਆ ਤੇ ਆਪਣਾ ਇੱਕ ਇੰਟਰਸਟ ਵੀ ਸ਼ੋ ਕਰਦੇ ਆ ਕਿ ਗੱਠਜੋੜ ਹੋ ਜਾਏ ਤਾਂ ਵਧੀਆ। ਲੋਕਾਂ ਨੇ ਵੀ ਇਹ ਗੱਲ ਕਹੀ ਕਿ ਗੱਠਜੋੜ ਹੋ ਜਾਏ ਤਾਂ ਵਧੀਆ, ਪਰ ਹੁਣ ਇਹਨਾਂ ਨੇ ਕਹਿਤਾ ਵੀ ਗੱਠਜੋੜ ਜਿਹੜੇ ਸੋਚ ਰਹੇ ਆ ਉਹ ਨਹੀਂ ਹੋਏਗਾ। ਹੁਣ ਆਪਾਂ 13 ਦੀਆਂ 13 ਲੋਕ ਸਭਾ ਸੀਟਾਂ ਦੇ ਉੱਤੇ ਆਪਾਂ ਆਵਾਂਗੇ ਤੇ ਅਸੀਂ ਇਕੱਲੇ ਕਾਫੀ ਆ। ਉਹਨਾਂ ਦਾ ਰਸਤਾ ਮੁਬਾਰਕ, ਸਾਨੂੰ ਸਾਡਾ ਰਸਤਾ ਮੁਬਾਰਕ। ਗੱਠਜੋੜ ਕਹਿੰਦੇ ਇਹ ਸੋਚ ਕੇ ਕੀਤਾ ਸੀ ਜਿਹੜਾ ਪੰਜਾਬ ਦੇ ਲੋਕਾਂ ਵਾਸਤੇ ਵਧੀਆ ਹੋਏਗਾ, ਪਰ ਕਹਿੰਦੇ ਕਿ ਇਹਨਾਂ ਨੇ ਭਾਜਪਾ ਨੂੰ ਪੌੜੀ ਦੀ ਤਰ੍ਹਾਂ ਇਸਤੇਮਾਲ ਕੀਤਾ। ਇਹ ਸਾਰੀਆਂ ਗੱਲਾਂ ਅਸ਼ਵਨੀ ਸ਼ਰਮਾ ਨੇ ਸਟੇਜ ਦੇ ਉੱਤੇ ਕਹੀਆਂ ਤੇ ਸਾਫ਼-ਸਾਫ਼ ਇਹ ਗੱਲ ਕਹਿ ਦਿੱਤੀ, ਕਹਿੰਦੇ ਮੈਂ ਕਹਿ ਰਿਹਾ ਕਿ ਇਹ ਗੱਠਜੋੜ ਜਿਹੜਾ ਹੈ ਇਹ ਹੋਏਗਾ ਨਹੀਂ। ਸਾਫ਼-ਸਾਫ਼ ਕਹਿ ਰਿਹਾ ਇਹ ਗੱਠਜੋੜ ਨਹੀਂ ਹੋਏਗਾ। ਕਹਿੰਦੇ ਐਵੇਂ ਸ਼ੁਰਲੀਆਂ ਛੱਡਦੇ ਰਹਿੰਦੇ ਆ, ਐਵੇਂ ਗੱਲ ਜਿਹੜੀ ਹੈ ਘੁਮਾਉਂਦੇ ਰਹਿੰਦੇ ਹੈਗੇ ਆ। ਕਹਿੰਦੇ ਨਹੀਂ, ਕਹਿੰਦੇ ਇੱਥੇ ਨਹੀਂ, ਕਹਿੰਦੇ ਭਾਜਪਾ ਆਪਣੇ ਲੈਵਲ ਦੇ ਉੱਤੇ ਪੰਜਾਬ 'ਚ ਹੁਣ ਉਤਰੇਗੀ ਤੇ ਉਤਰ ਰਹੀ ਹੈ ਤੇ ਉਤਰ ਚੁੱਕੀ ਵੀ ਹੈ ਕਾਫੀ ਹੱਦ ਤੱਕ ਤੇ ਹੁਣ ਅਕਾਲੀਆਂ ਦੀ ਲੋੜ ਨਹੀਂ ਹੈਗੀ। ਵੀ ਆਰ ਗੁੱਡ ਇਨਫ। ਸੋ ਇਸ ਗੱਲ ਦੀ ਤਸਦੀਕ ਕੀਤੀ ਆ ਅਸ਼ਵਨੀ ਸ਼ਰਮਾ ਨੇ ਤੇ ਬੜੇ ਧੜੱਲੇ ਨਾਲ ਕੀਤੀ ਆ, ਬਹੁਤ ਧੜੱਲੇ ਨਾਲ ਕੀਤੀ ਆ। ਮਤਲਬ ਜਿਹੜੀਆਂ ਅੱਜ ਕੁਝ ਉਮੀਦਾਂ ਹੋਣੀਆਂ ਕਿ ਉਹਨਾਂ ਤੇ ਅੱਜ ਪੂਰੀ ਤਰ੍ਹਾਂ ਦੇ ਨਾਲ ਪਾਣੀ ਫਿਰ ਗਿਆ, ਜਾਂ ਫਿਰ
ਅਸ਼ਵਨੀ ਸ਼ਰਮਾ ਦੀ ਗੱਲ ਦੀ ਕਿਉਂ ਅਗਲੇ ਪ੍ਰੈਜ਼ੀਡੈਂਟ ਆ ਤੇ ਗੱਲ ਦੀ ਉਹਨਾਂ ਦੀ ਜੇ ਕੀਮਤ ਸਮਝਣੀ ਸਾਨੂੰ ਪਏਗੀ। ਸਿੱਧਾ ਕਿੱਦਾਂ ਕਹਦੇ ਵੀ ਉਹਨਾਂ ਦੀ ਗੱਲ ਦੀ ਕੋਈ ਕੀਮਤ ਨਹੀਂ ਹੈਗੀ, ਗੱਲ ਦੀ ਕੀਮਤ ਤਾਂ ਸਮਝਣੀ ਪਏਗੀ। ਸੋ ਜੇ ਵਿੱਚ ਜਦੋਂ ਅੱਜ ਏਡੀ ਵੱਡੀ ਗੱਲ ਜੇ ਉਹ ਕਹਿ ਗਏ ਨੇ ਤਾਂ ਇਸ ਦੇ ਵਿੱਚੋਂ ਸਾਰ ਤਾਂ ਬਹੁਤ ਸਾਰੇ ਨਿਕਲਦੇ ਆ। ਹੁਣ ਕਿੰਨੇ ਕਿਹੜਾ ਸਾਰ ਸਮਝਣਾ ਇਹ ਉਹਦੇ ਵਾਲੀ ਗੱਲ ਹੈਗੀ ਆ। ਸੋ ਅੱਜ ਫਿਲਹਾਲ ਇਹ ਗੱਲ ਕਰਕੇ ਗਏ ਨੇ। ਸੋ ਤੁਹਾਨੂੰ ਦੱਸ ਦਿੰਦੇ ਆ ਕਿ ਕਹਿ ਰਹੇ ਨੇ ਕਿ ਅਕਾਲੀ ਭਾਜਪਾ ਗੱਠਜੋੜ ਨਹੀਂ ਹੋਏਗਾ। ਜਿਨ੍ਹਾਂ ਦੇ ਮਨ 'ਚ ਐਡੀ ਜੱਡੀ ਵੀ ਕੋਈ ਗਲਤ ਫਹਿਮੀ ਹੈਗੀ ਆ ਤੇ ਉਹ ਉਸ ਨੂੰ ਬਿਲਕੁਲ ਦਿਮਾਗ 'ਚੋਂ ਕੱਢ ਲਏ। ਕਹਿੰਦੇ ਗੱਠਜੋੜ ਨਹੀਂ ਹੋਏਗਾ ਮਤਲਬ ਨਹੀਂ ਹੋਏਗਾ। ਸੋ ਇਹ ਗੱਲ ਅਸ਼ਵਨੀ ਸ਼ਰਮਾ ਵੱਲੋਂ ਅੱਜ ਕਹੀ ਗਈ ਆ। ਹੁਣ ਦੂਜੀ ਗੱਲ ਜਿਹੜੀ ਕਰਨੀ ਹੈਗੀ ਆਪਾਂ ਉਹ ਆਪਾਂ ਕਰਨੀ ਹੈਗੀ ਆ ਜਿਹੜੇ ਨਵੇਂ ਸਿੰਘ ਸਜੇ ਨੇ। ਵਿਕੀ ਥੋਮਸ ਤੋਂ ਵਿਕੀ ਥੋਮਸ ਸਿੰਘ ਬਣੇ ਨੇ। ਇਹ ਪ੍ਰਧਾਨ ਮੰਤਰੀ ਬਾਜੇਕੇ ਨੇ। ਫਿਰ ਇਹ ਰਮਨਦੀਪ ਸਿੰਘ ਜਿਹੜਾ ਚਰਚਾਵਾਂ ਦੇ ਵਿੱਚ ਚੱਲ ਰਿਹਾ ਹੈ, ਇਹ ਗੁੱਟ ਵੱਢਣ ਨੂੰ ਲੈ ਕੇ ਜਿਹੜਾ ਮਾਮਲਾ ਪੂਰਾ ਦਾ ਪੂਰਾ ਸਾਹਮਣੇ ਆਇਆ ਹੈਗਾ। ਇਹ ਸਾਰੇ ਨਵੇਂ ਸਿੰਘ ਸਜੇ ਨੇ ਤੇ ਰਮਨਦੀਪ ਨੇ ਤਾਂ ਕਹਿੰਦੇ ਅੰਮ੍ਰਿਤ ਵੀ ਨਹੀਂ ਛਕਿਆ, ਏਦਾਂ ਹੀ ਜਿਹੜਾ ਬਾਣਾ ਹੈ ਪਾਇਆ ਹੋਇਆ, ਧਾਰਿਆ ਹੋਇਆ। ਹੁਣ ਮਜ਼ਾਕ ਬਣਾਇਆ ਹੋਇਆ ਇਹਨਾਂ ਨੇ। ਗੁਰੂ ਸਾਹਿਬ ਨੇ, ਦਸਮ ਪਿਤਾ ਨੇ ਸਾਨੂੰ ਕੀ ਸਿੱਖ ਦਿੱਤੀ ਆ? ਦਸਮ ਪਿਤਾ ਨੇ ਮੀਰੀ ਪੀਰੀ ਦੀ ਦਾਤ ਦਿੱਤੀ ਆ। ਦਸਮ ਪਿਤਾ ਨੇ ਸਾਨੂੰ ਸੈਲਫ ਡਿਫੈਂਸ ਦੇ ਗੁਰ ਸਿਖਾਏ ਆ। ਦਸਮ ਪਿਤਾ ਨੇ ਸਾਨੂੰ ਇਹ ਸਿਖਾਇਆ ਹੈਗਾ ਕਿ ਜ਼ੁਲਮ ਬਰਦਾਸ਼ਤ ਨਹੀਂ ਕਰਨਾ ਤੇ ਜ਼ੁਲਮ ਕਰਨਾ ਵੀ ਨਹੀਂ। ਦਸਮ ਪਿਤਾ ਨੇ ਸਾਨੂੰ ਇਹ ਨਹੀਂ ਸਿਖਾਇਆ ਕਿ ਸੋਸ਼ਲ ਮੀਡੀਆ ਤੇ ਫੇਮਸ ਹੋਣ ਵਾਸਤੇ ਤੁਸੀਂ ਹਰ ਹੱਥਕੰਡਾ ਅਪਣਾਓ। ਦਸਮ ਪਿਤਾ ਨੇ ਸਾਨੂੰ ਇਹ ਨਹੀਂ ਸਿਖਾਇਆ ਕਿ ਅਸੀਂ ਬਾਣਿਆਂ ਦੇ ਵਿੱਚ ਨਸ਼ੇ ਕਰੀਏ। ਦਸਮ ਪਿਤਾ ਨੇ ਸਾਨੂੰ ਇਹ ਬਿਲਕੁਲ ਨਹੀਂ ਸਿਖਾਇਆ ਕਿ ਅਸੀਂ ਉਗਰਾਹੀਆਂ ਕਰੀਏ। ਸੇਵਾ ਦਿਓ ਜੀ, 11,000 ਦਿਓ, 21,000 ਦਿਓ। ਦਸਮ ਪਿਤਾ ਨੇ ਸਾਨੂੰ ਇਹ ਕਦੀ ਨਹੀਂ ਸਿਖਾਇਆ ਕਿ ਅਸੀਂ ਬਾਣੇ ਪਾ ਕੇ ਫੋਨ ਦੇ ਉੱਤੇ ਗੰਦੀਆਂ ਵੀਡੀਓਜ਼ ਦੇਖੀਏ। ਮਤਲਬ ਸ਼ਰਮਨਾਕ, ਸ਼ਰਮਨਾਕ, ਬੇਹੱਦ ਸ਼ਰਮਨਾਕ। ਇਹ ਜੋ ਕੁਝ ਹੋ ਰਿਹਾ, ਇੱਕ ਦੂਜੇ ਤੇ ਇਲਜ਼ਾਮ ਸੁੱਟ ਰਹੇ ਨੇ, ਭਾਵੇਂ ਵਿਕੀ ਥੋਮਸ ਹੋਣ, ਭਾਵੇਂ ਪ੍ਰਧਾਨ ਮੰਤਰੀ ਬਾਜੀਕੇ ਹੋਣ ਤੇ ਭਾਵੇਂ ਉਹ ਰਮਨਦੀਪ ਹੋਵੇ। ਆ ਜਿਹੜੇ ਆਪਸ 'ਚ ਇਲਜ਼ਾਮ ਸੁੱਟ ਰਹੇ ਨੇ ਤੇ ਪੂਰਾ ਦਿਨ 2-3 ਦਿਨ ਹੋ ਗਏ ਦੇਖਦਿਆਂ ਇਹੀ ਕੁਝ ਚੱਲੀ ਜਾ ਰਿਹਾ ਹੈ। ਸਿੱਖ ਇਤਿਹਾਸ ਪੜ੍ਹ ਕੇ ਦੇਖੋ, ਪੜ੍ਹ ਕੇ ਦੇਖੋ ਅਬਦਾਲੀਆਂ ਨੇ ਕਿੱਦਾਂ ਬੇੜਾ ਗਰਕ ਕੀਤਾ ਹੋਇਆ ਸੀ। ਸਿੱਖ ਇਤਿਹਾਸ ਪੜ੍ਹ ਕੇ ਦੇਖੋ ਮੁਗਲਾਂ ਦਾ ਕਿੰਨਾ ਖੌਫ ਸੀ। ਇੱਕੋ ਕੌਮ ਸੀ ਜਿਹੜੀ ਡਰ ਨਹੀਂ ਸੀ ਮੰਨਦੀ। ਉਹ ਸੀਗੀ ਸਿੱਖ ਕੌਮ, ਜਿਹੜੀਆਂ ਤੀਵੀਆਂ ਨੂੰ, ਜਨਾਨੀਆਂ ਨੂੰ, ਕੁੜੀਆਂ ਨੂੰ ਬਚਾਉਂਦੇ ਸੀ, ਜਿਹੜੇ ਰਾਖੇ ਸੀ। ਉਹ ਹੈ ਸਿੱਖ ਕੌਮ, ਉਹ ਸੀ ਸਿੱਖ ਕੌਮ। ਰਾਖੇ ਹੈਗੇ ਨੇ ਸਿੰਘ ਜਿਹੜੇ ਨੇ, ਉਹ ਰਾਖੇ ਨੇ। ਤੇ ਇਹਨਾਂ ਰਾਖਿਆਂ ਦੀ ਜਿਹੜੀ ਕਦਰ ਹੈ ਉਹ ਉਹੀ ਬੰਦਾ ਪਾ ਸਕਦਾ ਜਿਸ ਨੂੰ ਕਿ ਇਤਿਹਾਸ ਦਾ ਪਤਾ ਹੋਵੇ। ਇਤਿਹਾਸ ਪੜ੍ਹੋ। ਇਹ ਜਿੱਦਾਂ ਤੁਸੀਂ ਬਾਣੇ ਧਾਰ ਲਏ ਹੈਗੇ, ਚੰਗੀ ਗੱਲ ਹੈ, ਤੁਸੀਂ ਚੰਗੀਆਂ ਗੱਲਾਂ ਵੀ ਕਰਦੇ ਹੋ ਵਿੱਚ ਨੂੰ। ਤੁਸੀਂ ਕਹਿੰਦੇ ਹੋ ਕਿ ਮੈਨੂੰ 10 ਪਾਤਸ਼ਾਹੀਆਂ ਦੇ ਨਾਂ ਯਾਦ ਨੇ, ਮੈਨੂੰ 5 ਪਿਆਰਿਆਂ ਦੇ ਨਾਂ ਯਾਦ ਨੇ, ਮੈਨੂੰ 4 ਸਾਹਿਬਜ਼ਾਦਿਆਂ ਦੇ ਨਾਮ ਯਾਦ ਨੇ। ਬਾਕੀ ਵਧੀਆ ਗੱਲ ਹੈ, ਤੁਸੀਂ ਅਗਲੇ ਤੋਂ ਸਵਾਲ ਕਰ ਰਹੇ ਹੋ, ਵਧੀਆ ਗੱਲ ਹੈ, ਤੂੰ ਸੁਣਾ। ਪਰ ਇਸ ਨੂੰ ਮਸਲਾ ਨਾ ਬਣਾਓ। ਅਸੀਂ ਆ ਕਰ ਦਾਂਗੇ, ਅਸੀਂ ਗੁਰੂ ਦੇ ਸਿੰਘ ਹੈਗੇ ਆ, ਅਸੀਂ ਇਹ ਬਰਦਾਸ਼ਤ ਨਹੀਂ ਕਰਾਂਗੇ। ਡੋਂਟ ਡੂ ਦੈਟ ਪਲੀਜ਼। ਗੁਰੂ ਸਾਹਿਬ ਨੇ ਜੋ ਸਿਧਾਂਤ ਸਾਨੂੰ ਦਿੱਤੇ ਨੇ, ਕਾਈਂਡਲੀ ਉਹਨਾਂ ਨੂੰ ਮੈਨੀਪੂਲੇਟ ਕਰਨ ਦੀ ਕੋਸ਼ਿਸ਼ ਨਾ ਕਰੋ। ਇਹ ਪੰਜਾਬ ਬਿਲਕੁਲ ਬਰਦਾਸ਼ਤ ਨਹੀਂ ਕਰੇਗਾ। ਤੁਸੀਂ ਜਿਹੜੇ ਮਰਜ਼ੀ ਧਰਮ ਤੋਂ, ਹਰ ਧਰਮ ਦਾ ਸਤਿਕਾਰ ਹੈ। ਤੁਸੀਂ ਸਿੱਖ ਧਰਮ ਚਾਹੇ, ਉਹ ਵੀ ਤੁਹਾਡਾ ਤਹੇ ਦਿਲੋਂ ਸਤਿਕਾਰ ਹੈ, ਤੁਹਾਡਾ ਵੈਲਕਮ ਹੈ। ਤੇ ਸਿੱਖ ਧਰਮ ਜਿਹੜਾ ਹੈ ਉਹ ਜੇ ਤੁਹਾਨੂੰ ਗੁੜਤੀ 'ਚ ਨਹੀਂ ਵੀ ਮਿਲਿਆ, ਜੇ ਤੁਸੀਂ ਅਪਣਾਇਆ ਵੀ ਹੈ ਉਸਨੂੰ, ਤੁਸੀਂ ਉਸ ਨੂੰ ਸਿੱਖੋ। ਸਿੱਖ ਦਾ ਮਤਲਬ ਹੀ ਸਿੱਖਣਾ ਹੈਗਾ। ਹੁਕਮਨਾਮੇ ਦਾ ਮਤਲਬ ਸਮਝੋ, ਗੁਰੂ ਦਾ ਹੁਕਮ ਸਮਝੋ। ਬਹੁਤ ਹੀ ਜ਼ਿਆਦਾ ਗੰਦ ਪਾਇਆ ਹੋਇਆ ਸੋਸ਼ਲ ਮੀਡੀਆ ਤੇ, ਬਹੁਤ ਹੀ ਜ਼ਿਆਦਾ। ਤੁਸੀਂ ਬਾਣੇ ਦੇ ਵਿੱਚ ਤਾਂ ਆ ਗਏ, ਤੁਸੀਂ ਦਿੱਖ 'ਚ ਤੇ ਉਸ ਸਰੂਪ 'ਚ ਆ ਗਏ, ਪਰ ਰਹਿਤ ਕਿੱਥੇ ਆ? ਬਾਣੀ ਕਿੱਥੇ ਆ? ਬਾਣੀ ਦੇ ਫਲਸਫੇ ਕਿੱਥੇ ਆ? ਉਹ ਸਿਧਾਂਤ ਕਿੱਥੇ ਆ? ਉਹ ਨਿਲ ਨੇ। ਇਟਸ ਨੋਵੇਅਰ। ਸ਼ਰਮ ਆਉਣੀ ਚਾਹੀਦੀ ਹੈ ਜੋ ਕਰ ਰਹੇ ਹੋ। ਸ਼ਰਮ ਆਉਣੀ ਚਾਹੀਦੀ ਹੈ ਵਾਇਲੈਂਸ ਪ੍ਰਮੋਟ ਕਰਦਿਆਂ ਹੋਇਆਂ। ਆਵਾਜ਼ ਚੱਕੋ, ਗੱਜ ਵੱਜ ਕੇ ਚੱਕੋ, ਪਰ ਸ਼ਬਦਾਵਲੀ ਦਾ ਧਿਆਨ ਰੱਖੋ, ਤਰੀਕਿਆਂ ਦਾ, ਤੌਰ ਤਰੀਕਿਆਂ ਦਾ ਧਿਆਨ ਰੱਖੋ। ਜੋ ਕਰ ਰਹੇ ਹੋ, not at all acceptable।
ਇਹ ਅਸੈਪਟੇਬਲ ਹੋ ਹੀ ਨਹੀਂ ਸਕਦਾ ਹੈਗਾ। ਸ਼ਰਮਨਾਕ ਹੈ ਇਹ, ਸ਼ਰਮਨਾਕ। ਤੇ ਕਿਸੇ ਇੱਕ ਬਾਰੇ ਇੱਥੇ ਗੱਲ ਨਹੀਂ ਹੋ ਰਹੀ, ਇੱਥੇ ਸਾਰਿਆਂ ਬਾਰੇ ਗੱਲ ਹੋ ਰਹੀ ਹੈ ਜਿਹੜੇ ਇੱਕ ਦੂਜੇ ਤੇ ਇਲਜ਼ਾਮ ਲਗਾ ਰਹੇ ਨੇ, ਬਾਣੇ 'ਚ ਨਸ਼ਾ ਕਰ ਰਹੇ ਨੇ, ਅੰਮ੍ਰਿਤ ਨਹੀਂ ਛਕਿਆ ਤੇ ਰੂਪ ਅਜਿਹਾ ਧਾਰ ਲਿਆ ਜਿਵੇਂ ਸਾਡੇ ਤੋਂ ਵੱਡਾ ਕੋਈ ਸਿੱਖ ਨਹੀਂ। ਸਿੱਖ ਤਾਂ ਸਿੱਖਦਾ ਹੀ ਹੈ ਨਾ ਹਮੇਸ਼ਾ, ਗਲਤੀਆਂ ਸਾਰੇ ਕਰਦੇ ਨੇ, ਸਾਰੇ ਅਸੀਂ ਗਲਤੀਆਂ ਕਰਦੇ ਹਾਂ, ਪਰ ਅੰਦਰ ਇੱਕ ਸੁਧਾਰ ਦੀ ਗੁੰਜਾਇਸ਼ ਹੋਣੀ ਚਾਹੀਦੀ। ਤੁਸੀਂ ਉਹ ਗੁੰਜਾਇਸ਼ਾਂ ਤੇ ਫੁੱਲ ਸਟਾਪ ਲਗਾ ਰਹੇ ਹੋ, ਨਾ ਕਰੋ ਅਜਿਹਾ। ਗੱਲ ਇੱਥੇ ਖਤਮ ਨਹੀਂ ਹੁੰਦੀ। ਰੁੱਖ ਜਿਹੜੀ ਅਗਲੀ ਖਬਰ ਦਾ ਕਰਨਾ ਹੈਗਾ ਉਸ ਦੇ ਵਿੱਚ ਵੀ ਕੁਝ ਅਜਿਹਾ ਹੀ ਹੈ, ਇਹ ਵੀ ਕੁਝ ਅਜਿਹਾ ਹੀ ਦੇਖਣ ਨੂੰ ਮਿਲ ਰਿਹਾ ਜਿਹੜਾ ਮਨ ਨੂੰ ਦਿਖਾਉਂਦਾ ਹੈਗਾ। ਤੇ ਇੱਕ ਵਾਰੀ ਫੇਰ ਤੋਂ ਗੋਲਡਨ ਟੈਂਪਲ ਜਿਹੜਾ ਵਿਰਾਸਤੀ ਮਾਰਗ ਹੈਗਾ ਉੱਥੇ ਨਸ਼ੇੜੀ ਨਜ਼ਰ ਆਇਆ ਤੇ ਝੂਮ ਦੀ ਹਾਲਤ ਦੇ ਵਿੱਚ ਨਜ਼ਰ ਆਇਆ। ਇਸ ਤਰ੍ਹਾਂ ਨਾਲ ਨਜ਼ਰ ਆਇਆ ਜਿਸ ਤਰ੍ਹਾਂ ਦੇ ਨਾਲ ਕਿ ਇਹ ਕੋਈ ਬੱਸ ਅੱਡਾ ਇਦਾਂ ਦੀ ਜਗ੍ਹਾ ਹੈਗੀ ਹੈ ਜਿੱਥੇ ਕਿ ਇਹਨਾਂ ਦਾ ਕੰਮ ਹੈਗਾ ਲੋਕਾਂ ਦਾ, ਇਹ ਨਸ਼ਿਆਂ 'ਚ ਚਲੇ ਜਾਂਦੇ ਨੇ ਤੇ ਸ਼ਰਾਬਾਂ ਪੀ ਕੇ ਪਾਰਕਾਂ 'ਚ ਤੇ ਸਬਵੇਜ਼ ਦੇ ਅੰਦਰ ਇਹ ਬਹਿ ਜਾਂਦੇ ਨੇ, ਅੰਡਰਪਾਸਿਸ ਦੇ ਅੰਦਰ ਇਹ ਬਹਿ ਜਾਂਦੇ ਨੇ। ਉਸੇ ਤਰ੍ਹਾਂ ਸਮਝਿਆ ਹੋਇਆ ਹੈ ਕਿ ਦਰਬਾਰ ਸਾਹਿਬ ਤੇ ਦਰਬਾਰ ਸਾਹਿਬ ਦੇ ਨਾਲ ਦੇ ਏਰੀਆਜ਼ ਜਿਹੜੇ ਹੈਗੇ ਆ ਜਾਂ ਵਿਰਾਸਤੀ ਮਾਰਗ ਹੈਗੇ ਜਿਹੜੇ ਦਰਬਾਰ ਸਾਹਿਬ ਕੰਪਲੈਕਸ ਦੇ ਅੰਦਰ ਆਉਂਦੇ, ਉਹ ਵੀ ਇਸ ਤਰ੍ਹਾਂ ਦੀ ਜਗ੍ਹਾ ਹੈ। ਕੋਈ ਹੋਰ ਜਗ੍ਹਾ ਨਹੀਂ ਲੱਭੀ ਨਸ਼ਾ ਕਰਨ ਦੀ ਜਾਂ ਫਿਰ ਨਸ਼ਾ ਕਰਕੇ ਬੈਠਣ ਉੱਠਣ ਦੀ, ਜਾਣ ਆਉਣ ਦੀ, ਤੇ ਇੱਥੇ ਚਲੇ ਜਾਓ। ਇਹ ਕਿਸੇ ਬੇਅਦਬੀ ਤੋਂ ਘੱਟ ਆ। ਮਤਲਬ ਕਮਾਲ ਕੀਤੀ ਪਈ ਹੈ। ਤੇ ਅੱਜ ਇੱਕ ਹੋਰ ਸ਼ਖਸ ਜਿਹੜਾ ਹੈ ਝੂਮਦਾ ਹੋਇਆ, ਮਤਲਬ ਬਿਲਕੁਲ ਡਿੱਗਦਾ ਹੋਇਆ ਬੈਂਚ ਤੇ ਬੈਠਾ ਹੋਇਆ ਤੇ ਉਹ ਇਸ ਤਰ੍ਹਾਂ ਹਿਲ ਰਿਹਾ ਹੈ, ਮਤਲਬ ਇਦਾਂ ਲੱਗ ਰਿਹਾ ਕਿ ਪੂਰੀ ਦੁਨੀਆ ਉਸ ਨੂੰ ਦੇਖ ਰਹੀ ਹੈ। ਫਿਰ ਬਾਹ ਫੜ ਕੇ ਉਹਨੂੰ ਬਾਹਰ ਕੱਢਿਆ ਗਿਆ। ਤੁਹਾਨੂੰ ਦੱਸ ਦਈਏ ਕਿ ਅੰਮ੍ਰਿਤਸਰ ਸਥਿਤ ਗੋਲਡਨ ਟੈਂਪਲ ਦੇ ਵੱਲ ਜਾਣ ਵਾਲੇ ਵਿਰਾਸਤੀ ਮਾਰਗ ਤੇ ਇੱਕ ਨਸ਼ੇੜੀ ਦੀ ਝੂਮਦਿਆਂ ਹੋਇਆਂ ਦੀ ਇੱਕ ਵੀਡੀਓ ਵਾਇਰਲ ਹੁੰਦੀ ਹੈ ਜੀ। ਤੇ ਵੀਡੀਓ ਵਾਇਰਲ ਹੋਣ ਦੇ ਬਾਅਦ ਜਿੱਥੇ ਸ਼ਰਧਾਲੂਆਂ ਦੀ ਆਸਥਾ ਨੂੰ, ਵਿਸ਼ਵਾਸ ਨੂੰ, ਉਹਨਾਂ ਦੀ ਸ਼ਰਧਾ ਨੂੰ ਠੇਸ ਪਹੁੰਚੀ ਹੈਗੀ ਆ, ਉੱਥੇ ਇੱਕ ਵਾਰੀ ਫਿਰ ਸਰਕਾਰ ਦੇ ਨਸ਼ਾ ਖਤਮ ਕਰਨ ਵਾਲੀਆਂ ਗੱਲਾਂ ਤੇ ਸਵਾਲ ਜਿਹੜੇ ਨੇ ਉਹ ਖੜੇ ਹੁੰਦੇ ਨੇ। ਸ਼ਰਧਾ ਨੂੰ ਇਸ ਤਰ੍ਹਾਂ ਨਹੀਂ ਠੇਸ ਪਹੁੰਚਦੀ, ਵਿਸ਼ਵਾਸ ਨੂੰ, ਉਹਨਾਂ ਦਾ ਰੱਬ ਤੋਂ ਵਿਸ਼ਵਾਸ ਨਹੀਂ ਡਗਮਗਾਉਂਦਾ, ਉਹਨਾਂ ਦਾ ਸਿਸਟਮ ਤੋਂ ਵਿਸ਼ਵਾਸ ਜਿਹੜਾ ਹੈ ਉਹ ਡਗਮਗਾ ਜਾਂਦਾ ਹੈਗਾ ਕਿ ਇਹ ਕੀ ਦੇਖਦੇ ਨੇ। ਤੇ ਲਗਾਤਾਰ ਇਸ ਤਰ੍ਹਾਂ ਦੀਆਂ ਵੀਡੀਓਜ਼ ਜਿਹੜੀਆਂ ਉਹ ਵਾਇਰਲ ਹੋ ਰਹੀਆਂ, ਲਗਾਤਾਰ ਇਹ ਵੀਡੀਓਜ਼ ਵਾਇਰਲ ਹੋ ਰਹੀਆਂ। ਵਾਇਰਲ ਵੀਡੀਓ ਐਤਵਾਰ ਸਵੇਰ ਦੀ ਦੱਸੀ ਜਾ ਰਹੀ ਹੈ ਤੇ ਸਵੇਰੇ ਜਦੋਂ ਸ਼ਰਧਾਲੂ ਗੋਲਡਨ ਟੈਂਪਲ ਵਿੱਚ ਅੰਮ੍ਰਿਤ ਵੇਲੇ ਦੇ ਦਰਸ਼ਨਾਂ ਦੇ ਲਈ ਜਾ ਰਹੇ ਸਨ ਤਾਂ ਇੱਕ ਨਸ਼ੇੜੀ ਨਸ਼ੇ ਵਿੱਚ ਵਿਰਾਸਤੀ ਮਾਰਗ ਤੇ ਝੂਮਦਾ ਹੋਇਆ ਨਜ਼ਰ ਆਇਆ। ਤੇ ਕੁਝ ਲੋਕ ਤਾਂ ਅਜਿਹੇ ਇਦਾਂ ਹੀ ਉੱਥੋਂ ਨਿਕਲ ਗਏ, ਪਰ ਕੁਝ ਸ਼ਰਧਾਲੂਆਂ ਨੇ ਉਸਨੇ ਫੜ ਕੇ ਧੱਕੇ ਦੇ ਕੇ ਵਿਰਾਸਤੀ ਮਾਰਗ ਤੋਂ ਉਹਨਾਂ ਨੇ ਬਾਹਰ ਕੱਢਿਆ। ਸੋ ਬੈਂਚ ਤੇ ਲੇਟਦੇ ਇਹ ਡਿੱਗ ਰਿਹਾ ਸੀ। ਬੈਂਚ ਬੈਠੇ ਹੋਏ ਨੇ, ਬੱਚਿਆਂ ਦੇ, ਬਜ਼ੁਰਗਾਂ ਦੇ, ਔਰਤਾਂ ਦੇ, ਸਭ ਦੇ ਬੈਠਣ ਦੇ ਲਈ ਬੈਂਚ ਨੇ। ਜਿਹੜਾ ਥੱਕ ਜਾਂਦਾ ਉਹ ਬਹਿ ਜਾਂਦਾ, ਜਾਂ ਕਿਸੇ ਨੇ ਕੋਈ ਗੱਲਬਾਤ ਕਰਨੀ ਹੈ ਤੇ ਬੈਂਚ ਤੇ ਬਹਿ ਜਾਂਦਾ ਹੈ। ਪੂਰੀ ਸੋਹਣਾ ਬਣਿਆ ਹੋਇਆ ਪੂਰਾ ਵਿਰਾਸਤੀ ਮਾਰਗ ਜਿਹੜਾ ਹੈ, ਪਰ ਇਹ ਸਹੂਲਤਾਂ ਵਾਸਤੇ ਨਹੀਂ, ਇਹ ਨਸ਼ੇੜੀਆਂ ਦੀ ਸਹੂਲਤਾਂ ਵਾਸਤੇ ਆ। ਤੇ ਆਉਂਦੇ ਆ, ਬਹਿ ਜਾਂਦੇ ਆ, ਫਿਰ ਝੂਮਦੇ ਰਹਿੰਦੇ ਨੇ, ਉੱਥੇ ਬਹਿ ਕੇ ਝੂਮਦੇ ਰਹਿੰਦੇ ਨੇ। ਸ਼ਰਮਨਾਕ ਹੈ ਇਹ, ਮਤਲਬ ਹੱਦ ਹੈ। ਇਸ ਤੋਂ ਪਹਿਲਾਂ ਪੰਜਾਬ ਦੀ ਇੱਕ ਮਹਿਲਾ ਦੀ ਵੀਡੀਓ ਵੀ ਇਸ ਤਰ੍ਹਾਂ ਦੀ ਵਾਇਰਲ ਹੋਈ ਸੀਗੀ। ਸੋ ਜਦੋਂ ਇਸ ਤਰ੍ਹਾਂ ਦੀ ਕੋਈ ਵੀਡੀਓ ਵਾਇਰਲ ਹੁੰਦੀ ਆ ਉਦੋਂ ਟੈਨਸ਼ਨ ਜਿਹੜੀ ਉਹ ਵੱਧ ਜਾਂਦੀ ਹੈ, ਉਦੋਂ ਬੀਪੀ ਜਿਹੜਾ ਫਲਕਚੁਏਟ ਕਰਨਾ ਸ਼ੁਰੂ ਕਰ ਦਿੰਦਾ ਹੈਗਾ, ਕਿਉਂਕਿ ਇਦਾਂ ਦੀ ਬੇਅਦਬੀ ਬਰਦਾਸ਼ਤ ਨਹੀਂ ਕਰ ਸਕਦੇ। ਕੋਈ ਗੁਰਦੁਆਰਾ ਸਾਹਿਬ ਦੇ ਅੰਦਰ ਚਲਾ ਜਾਂਦਾ, ਕਦੀ ਅੰਗਾਂ ਦੀ ਬੇਅਦਬੀ ਕੀਤੀ ਜਾਂਦੀ ਆ, ਕਦੀ ਜੋੜੇ ਲੈ ਕੇ ਅੰਦਰ ਚਲੇ ਜਾਂਦੇ ਆ, ਫਿਰ ਕਿਹਾ ਜਾਂਦਾ ਹੈ ਕਿ ਮੈਂਟਲ ਇੰਬੈਲੈਂਸ ਹੈਗਾ, ਫਿਰ ਕਦੀ ਗੋਲਕਾਂ ਨੂੰ ਆਪਣਾ ਸ਼ਿਕਾਰ ਬਣਾ ਲੈਂਦੇ ਆ। ਇਹ ਕਿਹੜੀ ਘੱਟ ਬੇਅਦਬੀ ਹੈ ਤੇ ਇਹ ਵੀ ਕਿਹੜੀ ਘੱਟ ਬੇਅਦਬੀ ਹੈਗੀ ਆ। ਵੀ ਨੀਡ ਟੂ ਥਿੰਕ ਅਬਾਊਟ ਇਟ। ਇਹ ਮਾਮਲੇ ਜਿਹੜੇ ਨੇ ਉਹ ਵੱਧ ਰਹੇ ਹੈਗੇ ਆ। ਸੋ ਜਿਹੜੀ ਅਗਲੀ ਖਬਰ ਦਾ ਵੀ ਅਸੀਂ ਰੁਖ ਕਰਨਾ ਹੈਗਾ, ਉਹ ਅਸੀਂ ਕਰਨਾ ਹੈਗਾ ਸੁਸੂ ਕਾਂਡ ਦਾ। ਸੁਸੂ ਕਾਂਡ ਦਾ ਰੁਖ ਇਸ ਤਰ੍ਹਾਂ ਕਰ ਰਹੇ ਆ ਕਿ ਇਹ ਪੂਰਾ ਦਾ ਪੂਰਾ ਮਾਮਲਾ ਵਾਪਰਿਆ ਜਦੋਂ 에ਅਰ ਇੰਡੀਆ ਦੀ ਫਲਾਈਟ ਦੇ ਵਿੱਚ ਇੱਕ ਮੁਸਾਫਰ ਵੱਲੋਂ ਇੱਕ ਮਹਿਲਾ ਦੇ ਉੱਤੇ ਪਿਸ਼ਾਬ ਕਰ ਦਿੱਤਾ ਜਾਂਦਾ ਹੈ। ਤੇ ਪਹਿਲਾਂ ਦਾ ਇਹ ਮਾਮਲਾ, ਨਵੰਬਰ ਦਾ ਇਹ ਮਾਮਲਾ, ਫਿਰ ਉਸ ਤੋਂ ਬਾਅਦ ਉਜਾਗਰ ਹੁੰਦਾ ਹੈ ਜਦੋਂ ਕੰਪਲੇਂਟ ਕੀਤੀ ਜਾਂਦੀ ਹੈ, ਉੱਤੇ ਕੰਪਲੇਂਟ ਕੀਤੀ ਜਾਂਦੀ ਹੈ, ਫਿਰ ਮਾਫੀਆ ਦਾ ਸਿਲਸਿਲਾ ਸ਼ੁਰੂ ਹੁੰਦਾ ਹੈ। ਫਿਰ 에ਅਰ ਇੰਡੀਆ ਦਾ ਕਰੂ ਮਾਫੀ ਮੰਗਦਾ ਹੈ, CEO ਮਾਫੀ ਮੰਗਦੇ ਨੇ, ਕੈਂਪਬਲ ਮਾਫੀ ਮੰਗਦੇ ਆ, ਸਾਰੇ ਮਾਫੀ ਮੰਗਦੇ ਨੇ। ਫਿਰ ਉਹ ਮੁੰਡਾ ਵੀ ਮਾਫੀ ਮੰਗਦਾ ਹੈ, ਪੈਸਿਆਂ ਦਾ ਕੁਝ ਲੈਣ ਦੇਣ ਦੀ ਗੱਲ ਵੀ ਸਾਹਮਣੇ ਆਉਂਦੀ ਹੈ ਕਿ ਅਸੀਂ ਤੁਹਾਡਾ ਪੈਸੇ ਤੁਹਾਨੂੰ ਦੇ ਦਿੰਦੇ ਹਾਂ, ਕੁਝ ਕੰਪਨਸੇਟ ਕਰ ਦਿੰਦੇ ਹੈਗੇ ਆ, ਉਹ ਵੀ ਗੱਲ ਸਾਹਮਣੇ ਆਉਂਦੀ ਹੈ। ਪਰ ਫਿਰ ਵੀ ਉਹ ਔਰਤ ਜਿਹੜੀ ਹੈ ਉਹ ਕੁਝ ਹੋਰ ਚਾਹੁੰਦੀ ਹੁੰਦੀ ਆ, ਉਹ ਪੂਰਾ ਇਨਸਾਫ ਚਾਹੁੰਦੀ ਹੁੰਦੀ ਆ ਤੇ 14 ਦਿਨਾਂ ਦੀ ਨਿਆਇਕ ਹਿਰਾਸਤ ਤੇ ਭੇਜ ਦਿੱਤਾ ਜਾਂਦਾ ਮਿਸ਼ਰਾ ਨੂੰ, ਜਿਹਨੇ ਕਾਂਡ ਕੀਤਾ ਹੈ ਨਾ। ਹੁਣ ਇੱਕ ਸਵਾਲ ਮੇਰਾ ਇਹ ਕਹਿੰਦਾ ਕਿ
एयरलाइन की गल सी उठ गई, हालांकि वो महिला भी काफ़ी मशक्कत करनी पई अपनी गल उत्ते पहुँचाने लई। एयरलाइन की वीडियो सी उठ गई, एयरलाइन की गल सी उठ गई, स्टाफ की गल सी माफ़ी मंगी, ये सारियां गल्लां होईयां। सोचो ਜਿਹੜਾ ਪੰਜਾਬ ਰੋਡਵੇਜ਼ ਦੀਆਂ ਬੱਸਾਂ ਦੇ ਵਿੱਚ ਦਾਰੂ ਪੀ ਕੇ ਚੜ ਜਾਂਦੇ ਨੇ, ਫਿਰ ਮਹਿਲਾਵਾਂ ਦੇ ਨਾਲ ਬਦਤਮੀਜ਼ੀ ਕਰਦੇ ਨੇ, ਕੀ ਇਸ ਇਟ ਅਸੀਂ ਇਹਨੂੰ ਇਗਨੋਰ ਕਰ ਸਕਦੇ ਹਾਂ? ਅਸੀਂ ਆਈ ਮੀਨ ਕੀ ਕਹਾਂ, ਲਫ਼ਜ਼ ਖਤਮ ਹੁੰਦੇ ਜਾ ਰਹੇ ਨੇ ਜਦੋਂ ਇਸ ਤਰ੍ਹਾਂ ਦੇ ਲਗਾਤਾਰ ਮਾਮਲੇ ਸਾਹਮਣੇ ਆ ਰਹੇ ਨੇ, ਇਹੋ ਜਿਹੀ ਬਦਤਮੀਜ਼ੀਆਂ ਦੇ ਮਾਮਲੇ ਸਾਹਮਣੇ ਆ ਰਹੇ ਨੇ ਜਿਹੜੇ ਕਿ ਨਸ਼ੇ ਦੇ ਵਿੱਚ ਹੁੰਦੇ ਨੇ। ਬਹੁਤ ਸਾਰੇ ਲੋਕ ਕਹਿੰਦੇ ਕਿ ਇਜ਼ ਇਟ ਇਵਨ ਵਰਥ ਇਟ, ਇਜ਼ ਇਟ ਇਵਨ ਵਰਥ ਇਟ, ਇਸ ਤੇ ਗੱਲ ਕਰਨਾ ਵੀ ਕਿ ਇਦਾਂ ਦੀ ਕੋਈ ਪਾਲਿਸੀ ਤੇ ਨਹੀਂ ਬਣਾਉਣ ਲੱਗੀ ਸਰਕਾਰ ਕਿ ਤੁਸੀਂ ਜੇ ਵਹੀਕਲ ਚਲਾ ਰਹੇ ਹੋ, ਜਿਵੇਂ ਪਾਲਿਸੀ ਬਣੀ ਹੋਈ ਆ, ਜਿਵੇਂ ਇਹ ਰੂਲ ਆ, ਇਹ ਤੁਹਾਡੀ ਸਿਵਿਕ ਸੈਂਸ ਵੀ ਆ, ਨਹੀਂ ਤੇ ਗੱਡੀ ਇੰਪਾਊਂਡ ਕਰ ਦਿੰਦੇ ਨੇ, ਅੰਦਰ ਵੀ ਦੇ ਦਿੰਦੇ ਨੇ, ਫਾਈਨ ਵੀ ਲਾਉਂਦੇ ਨੇ। ਜੇ ਤੁਸੀਂ ਪੀਤਿਆਂ ਹੋਇਆ ਗੱਡੀ ਚਲਾਈ ਤਾਂ ਤੁਸੀਂ ਗਏ, ਡਰੰਕ ਐਂਡ ਡਰਾਈਵ ਨਹੀਂ ਚੱਲੇਗਾ। ਹਾਲਾਂਕਿ ਚੱਲਦਾ ਅਲੱਗ ਹੈ, ਵੱਖਰੀ ਗੱਲ ਹੈ, ਪਰ ਰੂਲ ਤਾਂ ਸਟ੍ਰਿਕਟ ਹੈ ਨਾ। ਤੇ ਇਦਾਂ ਦਾ ਕੋਈ ਸਰਕਾਰ ਰੂਲ ਥੋੜੀ ਬਣਾਏਗੀ ਕਿ ਜਿਹੜਾ ਬਾਹਰ ਬੱਸ ਅੱਡੇ ਜਾ ਰਿਹਾ, ਜਿਹੜਾ ਬੱਸ ਦੇ ਅੰਦਰ ਬਹਿ ਰਿਹਾ, ਜਿਹੜਾ ਟ੍ਰੇਨ ਦੇ ਅੰਦਰ ਬਹਿ ਰਿਹਾ, ਉਹ ਪੀਏਗਾ ਨਹੀਂ, ਉਹ ਪੀ ਕੇ ਨਹੀਂ ਬੈਠੇਗਾ, ਉਹ ਪੀਤਾ ਹੋਇਆ ਨਹੀਂ ਬੈਠੇਗਾ, ਉਹ ਨਸ਼ੇ 'ਚ ਨਹੀਂ ਬੈਠੇਗਾ। ਤਾਂ ਕੋਈ ਰੂਲ ਨਹੀਂ ਬਣਨ ਵਾਲਾ ਨਾ। ਇਹ ਕਿੱਦਾਂ ਸਭ ਠੀਕ ਹੋਣਾ? ਫਿਰ ਕਾਨੂੰਨ ਹੋਏਗਾ, ਕੁਛ ਹੋਏਗਾ ਤਾਂ ਲੋਕ ਇਸ ਨੂੰ ਮੰਨਣਗੇ। ਪਰ ਮੈਂ ਬੋਲੀ ਜਾਵਾਂਗੀ ਮੇਰੇ ਭਾਸ਼ਣ ਨੂੰ ਸੁਣ ਕੇ ਜਾਂ ਇੱਧਰ ਉੱਧਰ ਹੋਰ ਸੁਣ ਕੇ, ਇਹ ਤਾਂ ਜਾਗਰੂਕ ਨਹੀਂ ਹੋਣ ਵਾਲੇ ਨਾ। ਹੁਣ ਫਲਾਈਟ ਦੇ ਅੰਦਰ ਕਿੰਨੀ ਸ਼ਰਾਬ ਪਰੋਸੀ ਜਾਏ, ਜੇ ਕੋਈ ਇਸ ਤੇ ਨੋਰਮ ਹੈ ਤਾਂ ਮੈਨੂੰ ਵੀ ਜ਼ਰੂਰ ਦੱਸਿਓ ਤੁਸੀਂ, ਜੇ ਇੰਟਰਨੈਸ਼ਨਲ ਟਰੈਵਲ ਕਰਦੇ ਰਹਿੰਦੇ ਹੋ, ਕਿਉਂਕਿ ਮੈਂ ਨਹੀਂ ਕਰਦੀ। ਜੇ ਫਲਾਈਟ ਦੇ ਅੰਦਰ ਕਿੰਨੀ ਸ਼ਰਾਬ ਪਰੋਸੀ ਜਾਏ, ਕਿ ਇਸ ਦੀ ਕੋਈ ਪਾਲਿਸੀ ਹੈ ਕਿ ਬੰਦਾ ਪੀ ਕੇ ਆਪਣੇ ਹੋਸ਼ 'ਚ ਰਹੇ, ਬਦਤਮੀਜ਼ੀ ਨਾ ਕਰੇ, ਕਿ ਇਸ ਦੀ ਕੋਈ ਪਾਲਿਸੀ ਹੈ? ਜੇ ਹੈ ਤੇ ਡੂ ਲੈਟ ਮੀ ਨੋ, ਬਿਕੋਜ਼ ਮੈਨੂੰ ਨਹੀਂ ਪਤਾ, ਮੈਨੂੰ ਪਤਾ ਹੀ ਨਹੀਂ ਹੈ। ਕਮਾਲ ਆ, ਮਤਲਬ ਇਹ ਜੋ ਹੋ ਹੀ ਜਾਂਦਾ ਹੈ ਕਮਾਲ ਆ। ਜਿੱਥੇ ਲਿਖਿਆ ਹੁੰਦਾ ਆ ਇੱਥੇ ਬਾਹਰ ਇੱਥੇ ਪਿਸ਼ਾਬ ਕਰਨਾ ਮਨਾ ਹੈ, यहाँ ਪਿਸ਼ਾਬ ਕਰਨਾ ਮਨਾ ਹੈ, ਉੱਥੇ ਹੀ ਜ਼ਿਪ ਖੋਲ ਕੇ ਲੱਗੇ ਹੁੰਦੇ ਆ ਜੀ। ਚਲੋ ਠੀਕ ਹੈ, ਫਿਰ ਮੰਨ ਲੈਂਦੇ ਹਾਂ ਕੁਦਰਤੀ ਪ੍ਰਕਿਰਿਆ ਹੈਗੀ ਆ ਕੁਦਰਤੀ ਪ੍ਰਕਿਰਿਆ, ਪਰ ਕਿਤੇ ਵੀ ਜ਼ਿਪ ਖੋਲ ਕੇ ਨਹੀਂ ਲੱਗ ਸਕਦੇ ਨਾ, ਨਹੀਂ ਲੱਗ ਸਕਦੇ। ਸਾਡੇ ਸਭ ਦੇ ਘਰ ਲੇਡੀਜ਼ ਹੈਗੀਆਂ ਨੇ, ਤੇ ਲੇਡੀਜ਼ ਦੀ ਵੀ ਗੱਲ ਇੱਕ ਪਾਸੇ ਆ, ਇੱਕ ਸੈਂਸ ਹੁੰਦੀ ਹੈ ਇਨਸਾਨ ਦੀ, ਉਹ ਕਿੱਥੇ ਆ, ਕਿੱਥੇ ਗਵਾਚੀ ਹੋਈ ਹੈ? ਅਗਲਾ 14 ਦਿਨ ਦੀ ਨਿਆਇਕ ਹਿਰਾਸਤ ਤੇ ਆ, ਪੁੱਛ ਪੜਤਾਲ ਹੋ ਰਹੀ ਆ, ਸਾਰਾ ਕੁਝ ਚੜਾ ਹੈ, ਹੁਣ ਹੋਏਗਾ, ਪਤਾ ਲੱਗੇਗਾ ਕਿ ਕਿਤੇ ਵੀ ਜ਼ਿਪ ਖੋਲ ਕੇ ਤੁਸੀਂ ਨਹੀਂ ਲੱਗ ਸਕਦੇ। ਸਿੱਧੀ ਜੀ ਗੱਲ ਹੈਗੀ ਆ। ਸੋ ਹੁਣ ਅਗਲੀ ਖਬਰ ਦਾ ਜਿਹੜਾ ਰੁਖ ਕਰਨਾ ਹੈ ਆਪਾਂ, ਉਹ ਹੈਗਾ ਸਿੱਧੂ ਮੂਸੇਵਾਲਾ ਦੇ ਪਿਤਾ ਜੀ ਬਲਕੌਰ ਸਿੰਘ, ਜਿਹੜੇ ਨੇ ਉਹ ਯੂਕੇ ਤੋਂ ਵਾਪਸ ਆਏ ਨੇ, ਤੇ ਸਿੱਧਾ ਉਸ ਸਮਾਤ ਤੇ ਹੀ ਆਏ ਨੇ, ਕਿਉਂਕਿ ਸੰਡੇ ਹੁੰਦਾ, ਲੋਕਾਂ ਨਾਲ ਉਹਨਾਂ ਨੇ ਗੱਲਬਾਤ ਕਰਨੀ ਹੁੰਦੀ ਆ, ਤੇ ਜਦੋਂ ਗੱਲਬਾਤ ਕਰਦੇ ਨੇ ਤੇ ਲੋਕ ਉਹਨਾਂ ਨੂੰ ਸੁਣਦੇ ਵੀ ਨੇ। ਤੇ ਅਜਿਹੇ ਵਿੱਚ ਅੱਜ ਉਹਨਾਂ ਨੇ ਇੱਕ ਜ਼ਿਕਰ ਕੀਤਾ, ਉਹਨਾਂ ਨੇ ਦੋ ਜ਼ਿਕਰ ਬੜੇ ਖਾਸ ਕੀਤੇ, ਤੇ ਦੋਵਾਂ ਬਾਰੇ ਜ਼ਿਕਰ ਕਰਨਾ ਬਹੁਤ ਜ਼ਿਆਦਾ ਜ਼ਰੂਰੀ ਹੈ। ਪਹਿਲਾਂ ਉਹਨਾਂ ਨੇ ਜ਼ਿਕਰ ਕੀਤਾ ਕਿ ਜਿਹੜੀ ਕੁੜੀ ਦੇ ਨਾਲ ਸਿੱਧੂ ਮੂਸੇਵਾਲੇ ਦਾ ਵਿਆਹ ਹੋਣਾ ਸੀ, ਕਹਿੰਦੇ ਵੀਡੀਓਜ਼ ਬਣਾ ਕੇ, ਕੁਝ ਹੋਰ ਤਰ੍ਹਾਂ ਦੀਆਂ ਵੀਡੀਓਜ਼ ਬਣਾ ਕੇ, ਕਿ ਇਹ ਕਹਿੰਦੇ ਵਾਇਰਲ ਕਰੀ ਜਾਂਦੇ ਆ। ਕਦੀ ਉਹ ਕੁੜੀ ਬਾਰੇ ਕੁਝ ਕਹਿ ਦਿੰਦੇ ਆ, ਕਹਿੰਦੇ ਮੀਡੀਆ ਵਾਲਿਆਂ ਨੂੰ, ਕਹਿੰਦੇ ਕੁਝ ਅਜਿਹੇ ਦੇਸੀ ਜਿਹੇ ਚੈਨਲ ਖੁੱਲੇ ਹੋਏ ਆ ਜਿਹੜੇ ਕੁਝ ਵੀ ਪਾ ਦਿੰਦੇ ਆ, ਕਹਿੰਦੇ ਉਹ ਧੀ ਦਾ ਤੇ ਵੈਸੇ ਸਾਰਾ ਕੁਝ ਉੱਜੜ ਗਿਆ, ਤੁਸੀਂ ਅਕਲ ਕਰ ਲਓ, ਤੁਸੀਂ ਬਾਰ-ਬਾਰ ਜ਼ਖਮ ਜਿਹੜੇ ਕਿਉਂ ਕੁਰੇਦਦੇ ਹੋ, ਗਲਤ ਖਬਰਾਂ, ਝੂਠੀਆਂ ਖਬਰਾਂ ਤੁਸੀਂ ਕਿਉਂ ਚਲਾਉਂਦੇ ਹੋ, ਉਹ ਕੁੜੀ ਨੂੰ ਕਿਉਂ ਬਦਨਾਮ ਕਰਨ ਲਾਇਆ ਹੋਇਆ, ਉਹ ਧੀ ਆ, ਉਹਦਾ ਤੇ ਵੈਸੇ ਕੁਝ ਨਹੀਂ ਰਿਹਾ, ਤੁਸੀਂ ਕੁਝ ਸਵਾਰ ਨਹੀਂ ਸਕਦੇ ਤੇ ਉਸ ਦਾ ਜਾਣੋ ਨਾ। ਅੱਜ ਮੀਡੀਆ ਨੂੰ ਜੰਮ ਕੇ ਬੋਲੇ, ਕਹਿੰਦੇ ਕਿ ਇਹਨਾਂ ਨੇ ਪੂਰੀ ਮੀਡੀਆ ਨੂੰ ਬਦਨਾਮ ਕੀਤਾ ਹੋਇਆ, ਕੁਝ ਜਿਹੜੇ ਚੈਨਲਸ ਹੈਗੇ ਨੇ ਤੇ ਕੁਝ ਵੀ ਚਲਾਉਂਦੇ ਨੇ ਤੇ ਝੂਠ ਚਲਾਉਂਦੇ ਰਹਿੰਦੇ ਨੇ। ਕਹਿੰਦੇ ਕਿ ਜੇ ਕਿਸੇ ਨੇ ਕੋਈ ਮੂੰਗਫਲੀ ਦੀ ਰੇਹੜੀ ਵੀ ਲਾਉਣੀ ਆ, ਉਹ ਵੀ ਕਾਰਪੋਰੇਸ਼ਨ ਤੋਂ ਪਰਮਿਸ਼ਨ ਲੈ ਕੇ ਪਰਚੀ ਕਟਾਉਂਦਾ ਵੀ ਮੈਂ ਇੱਥੇ ਮੂੰਗਫਲੀ ਵੇਚਣੀ ਆ, ਤੇ ਕਹਿੰਦੇ ਇਹ ਚੈਨਲ ਵਾਲਿਆਂ ਨੂੰ ਕੋਈ ਪੁੱਛ ਨਹੀਂ ਹੈਗੀ, ਕੋਈ ਇਹਨਾਂ ਤੇ ਨਜ਼ਰ ਰੱਖਣ ਵਾਲਾ ਨਹੀਂ ਹੈਗਾ ਜੋ ਇਹ ਤਰੀਕੇ ਅਪਣਾ ਰਹੇ ਨੇ। ਸੋ ਇੱਥੇ ਇਹ ਗੱਲਾਂ ਨੂੰ ਗੌਰ ਕਰਨਾ ਬਹੁਤ ਜ਼ਿਆਦਾ ਜ਼ਰੂਰੀ ਹੈ ਕਿ ਮੈਂ ਵੀ ਇੱਕ ਜਰਨਲਿਸਟ ਆ, ਮੇਰੇ ਵਾਸਤੇ ਵੀ ਇਹ ਗੱਲਾਂ ਨੇ, ਇਹ ਸਭ ਵਾਸਤੇ ਇਹ ਗੱਲਾਂ ਹੈਗੀਆਂ। ਦੂਜੀ ਗੱਲ ਉਹਨਾਂ ਨੇ ਲਾਰੈਂਸ ਤੇ ਕੀਤੀ। ਲਾਰੈਂਸ ਬਾਰੇ ਉਹ ਕਹਿੰਦੇ ਕਿ ਉਹਨੂੰ ਕਿਹਾ ਗਿਆ ਕਿ ਤੂੰ ਆਪਣਾ ਵੌਇਸ ਟੈਸਟ ਕਰਾ, ਉਹ ਕਹਿੰਦਾ ਮੁੱਕਰ ਗਿਆ, ਮੈਂ ਨਹੀਂ ਕਰਾਉਂਦਾ। ਕਹਿੰਦੇ ਕੀ ਕਰ ਲਿਆ ਇਹਨਾਂ ਨੇ, ਮਤਲਬ ਉਹਨਾਂ ਨੇ ਇੱਕ ਤਰੀਕੇ ਨਾਲ ਪੰਜਾਬ ਸਰਕਾਰ ਤੇ ਹੀ ਵਾਰ ਕੀਤਾ। ਉਹਨਾਂ ਨੇ ਕਿਹਾ ਕਿ ਜੇ ਉਹ ਆਮ ਬੰਦਿਆਂ ਨੂੰ ਗੋਲੀ ਮਾਰ ਸਕਦੇ ਆ ਤੇ ਉਹਨਾਂ ਨੂੰ ਗੋਲੀ ਕਿਉਂ ਨਹੀਂ ਵੱਜ ਸਕਦੀ, ਵੀ ਗੋਲੀ ਦਾ ਬਦਲਾ ਗੋਲੀ ਕਿਉਂ ਨਹੀਂ ਹੋ ਸਕਦਾ ਜੀ। ਸੋ ਉਹਨਾਂ ਦੇ ਆਪਣੇ ਸਵਾਲ ਸੀ। ਉਹ ਕਹਿੰਦੇ 7 ਮਹੀਨੇ ਹੋ ਗਏ ਇਨਸਾਫ ਮੰਗਦਿਆਂ ਨੂੰ,
ਆਉਣ ਵਾਲੇ ਵਕਤ ਦੇ ਵਿੱਚ ਸ਼ਾਇਦ ਕੁਝ ਚੰਗੀ ਖਬਰ ਆ ਜਾਏ, ਪਰ ਫਿਲਹਾਲ ਹੈ ਨਹੀਂ। ਸੋ ਇਹ ਸਿੱਧੂ ਮੂਸੇਵਾਲਾ ਦੇ ਪਿਤਾ ਨੇ ਇਹ ਜਦੋਂ ਗੱਲਾਂ ਕੀਤੀਆਂ ਤੇ ਸਭ ਦੇ ਹਿਰਦੇ ਜਿਹੜੇ ਉਹ ਬਲੂੰਦਰੇ ਗਏ, ਕਿਉਂਕਿ ਇਹਨਾਂ ਗੱਲਾਂ ਦੇ ਵਿੱਚ ਸਵਾਲ ਵੀ ਸੀ, ਇਹਨਾਂ ਗੱਲਾਂ ਦੇ ਵਿੱਚ ਡਾਂਟ ਵੀ ਸੀ, ਇਹਨਾਂ ਗੱਲਾਂ ਦੇ ਵਿੱਚ ਸਾਰਾ ਕੁਝ ਹੈਗਾ ਸੀ। ਹੁਣ ਜਿਹੜੀ ਅਖੀਰਲੀ ਖਬਰ ਹੈਗੀ ਆ, ਜਾਂਦੇ ਜਾਂਦੇ, ਖਬਰ ਨਹੀਂ ਹੈ, ਇਹ ਚਰਚਾ ਹੈ ਜੀ। ਇਹ ਕਮੈਂਟਸ ਦੇ ਵਿੱਚ ਜ਼ਰੂਰ ਇਸ ਤੇ ਗੱਲ ਹੋਏਗੀ ਤੇ ਜ਼ਰੂਰ ਕਰਿਓ ਗੱਲ, ਇਹ ਮੇਰੀ ਗੁਜ਼ਾਰਿਸ਼ ਹੈਗੀ ਆ। ਹੁਕਮ ਤੇ ਮੈਂ ਕਰ ਨਹੀਂ ਸਕਦੀ ਜੀ, ਗੁਜ਼ਾਰਿਸ਼ ਕਰ ਸਕਦੀ ਹੈਗੀ ਆ। ਸੋ ਗੁਜ਼ਾਰਿਸ਼ ਹੈਗੀ ਆ ਜੀ। ਤੇ ਗੁਜ਼ਾਰਿਸ਼ ਇਹ ਆ ਕਿ ਤੁਸੀਂ ਇੱਕ ਫੋਟੋ ਦੇਖੀ ਹੋਣੀ, ਬਥੇਰੀ ਵਾਇਰਲ ਹੋ ਰਹੀ ਆ। ਉਹ ਮੁੰਡਾ 에ਅਰਪੋਰਟ ਤੇ ਆ, ਸਿੱਖ ਮੁੰਡਾ ਆ, ਉਹਨੇ ਅਟੈਚੀ ਨਹੀਂ ਲਿਆ, ਅਟੈਚੀ ਦੀ ਜਗ੍ਹਾ ਤੇ ਨਾ ਉਹਨੇ ਗੱਟਾ ਹੈਗਾ ਤੇ ਗੱਟੇ 'ਚ ਸਮਾਨ ਪਾਇਆ ਹੋਇਆ ਆਪਣਾ। ਤੇ ਉਹ ਵੀਡੀਓ, ਉਹ ਜਿਹੜੀ ਫੋਟੋ ਆ, ਉਹਨੂੰ ਦੇਖ ਕੇ ਬਹੁਤ ਸਾਰੇ ਲੋਕ ਨਾ ਇਹ ਗੱਲ ਕਰ ਰਹੇ ਆ ਕਿ ਜੀ ਆ ਤਾਂ ਗਰੀਬ ਆ, ਘਰਦਿਆਂ ਨੇ ਕਿੱਦਾਂ ਕਿੱਦਾਂ ਪੈਸੇ ਜੋੜ ਕੇ ਇਹਨੂੰ ਹੁਣ ਵਿਦੇਸ਼ 'ਚ ਭੇਜਿਆ, ਤੇ ਪਰਦੇਸਾਂ 'ਚ ਜਾਣਾ ਕਿਹੜਾ ਸੌਖਾ, ਰਹਿਣਾ ਕਿਹੜਾ ਸੌਖਾ। ਤੇ ਫਿਰ ਕੁਝ ਲੋਕ ਲਿਖ ਰਹੇ ਹੈਗੇ ਆ ਕਿ ਇਹਨੇ ਕੋਈ ਫੁਕਰਾ ਨਹੀਂ ਹੈ, ਇਹ ਸਿੰਪਲਿਸਿਟੀ 'ਚ ਬਿਲੀਵ ਕਰਦਾ ਹੈ, ਸਾਦਗੀ ਤੇ ਅਸੀਂ ਵਾਰੇ ਜਾਈਏ। ਮਤਲਬ ਬਹੁਤ ਕੁਝ, ਇੱਕ ਫੋਟੋ ਤੇ ਉਹਦੇ ਤੇ ਪ੍ਰਤੀਕਿਰਿਆਵਾਂ, ਅਣਗਿਣਤ ਪ੍ਰਤੀਕਿਰਿਆਵਾਂ। ਸੋ ਜਦੋਂ ਅਣਗਿਣਤ ਪ੍ਰਤੀਕਿਰਿਆਵਾਂ ਹੋ ਗਈਆਂ, ਅਣਗਿਣਤ ਪ੍ਰਤੀਕਿਰਿਆਵਾਂ ਆ ਗਈਆਂ, ਉਸ ਤੋਂ ਬਾਅਦ ਉਸ ਮੁੰਡੇ ਦੇ ਚਾਚੇ ਦੀ ਇੱਕ ਪੋਸਟ ਆਉਂਦੀ ਹੈਗੀ ਆ। ਉਸ ਮੁੰਡੇ ਦੇ ਚਾਚੇ ਦੀ ਇੱਕ ਪੋਸਟ ਆਉਂਦੀ ਹੈ ਤੇ ਉਹ ਪੋਸਟ ਦੇ ਵਿੱਚ ਕੀ ਲਿਖਦਾ ਹੈ ਉਹ ਤੁਹਾਨੂੰ ਮੈਂ ਦੱਸਾਂਗੀ। ਤੇ ਉਹ ਪੋਸਟ ਜਿਹੜੀ ਆ ਉਹ ਸਾਰਾ ਦਾ ਸਾਰਾ ਸੱਚ ਕਹਿ ਜਾਂਦੀ ਹੈ। ਤੇ ਫਿਰ ਤੋਂ ਇੱਕ ਤੋਂ ਸੋਸ਼ਲ ਮੀਡੀਆ ਵਾਲਿਆਂ ਦੇ ਮੂੰਹ ਤੇ ਚਪੇੜ ਵੱਜਦੀ ਆ, ਇੱਥੇ ਜ਼ੋਰ ਦੀ ਚਪੇੜ ਵੱਜਦੀ ਆ ਸੋਸ਼ਲ ਮੀਡੀਆ ਦੇ ਮੂੰਹ ਤੇ ਉਹ ਪੋਸਟ ਦੇਖ ਕੇ। ਜਦੋਂ ਤੁਹਾਨੂੰ ਮੈਂ ਉਹ ਪੋਸਟ ਦੱਸਾਂਗੀ, ਤੁਸੀਂ ਵੀ ਕਹੋਗੇ ਕਿ ਇਹ ਜਿਹੜੀ ਤੁਸੀਂ ਗੱਲ ਕਰ ਰਹੇ ਹੋ, ਇਹ ਤੁਸੀਂ ਗੱਲ ਸਹੀ ਕਰ ਰਹੇ ਹੈਗੇ ਹੋ। ਬਈ ਇਦਾਂ ਹੁੰਦਾ ਹੈਗਾ ਕਿ ਕੋਈ ਇੱਕ ਫੋਟੋ ਜਾਂ ਵੀਡੀਓ ਵਾਇਰਲ ਹੋ ਜਾਂਦੀ, ਉਸ ਤੇ ਆਪਣੀਆਂ ਪ੍ਰਤੀਕਿਰਿਆਵਾਂ ਤੇ ਖਬਰ ਕੁਝ ਹੋਰ ਹੀ ਬਣ ਜਾਂਦੀ। ਪਰ ਅਸਲ ਖਬਰ ਕੀ ਹੈ, ਇਸ ਦਾ ਸੱਚ ਕੀ ਹੈ, ਇਹ ਤੁਹਾਨੂੰ ਮੈਂ ਦੱਸਦੀ ਹਾਂ ਤੇ ਇਹ ਪੋਸਟ ਤੁਹਾਨੂੰ ਮੈਂ ਪੜ੍ਹ ਕੇ ਸੁਣਾਉਣੀ ਹੈ। ਸੋ ਮੁੰਡੇ ਦਾ ਚਾਚਾ ਕੀ ਲਿਖਦਾ ਹੈ, ਇਸੇ ਤੁਹਾਨੂੰ ਦੱਸ ਦਿੰਦੇ ਆ। ਮੁੰਡੇ ਦਾ ਚਾਚਾ ਲਿਖਦਾ ਹੈ, ਨਾਂ ਹੈਗਾ ਸਿਮਰਜੀਤ ਸਿੰਘ। ਤੇ ਉਹ ਮੁੰਡਾ ਜਦ ਦੀ ਫੋਟੋ ਵਾਇਰਲ ਹੋ ਰਹੀ ਆ ਗੱਟੇ ਵਾਲੇ ਮੁੰਡੇ ਦੀ, ਉਹ ਮੁੰਡਾ ਹੈਗਾ ਜੰਗ ਪਿੰਡ ਦਾ, ਜੈਪਾਲ ਸਿੰਘ ਸੰਧੂ। ਤੇ ਚਾਚਾ ਲਿਖਦਾ, ਆਹ ਫੋਟੋ ਮੇਰੇ ਪਿੰਡ ਦੇ ਇੱਕ ਸੁਚੱਜੇ ਨੌਜਵਾਨ ਤੇ ਸਾਡੇ ਭਤੀਜੇ ਜੈਪਾਲ ਸਿੰਘ ਸੰਧੂ ਦੀ ਹੈ। ਕੱਲ ਪਰਸੋਂ ਦੀ ਸੋਸ਼ਲ ਮੀਡੀਆ ਤੇ ਘੁੰਮ ਰਹੀ ਹੈ ਕਿ ਨੌਜਵਾਨ ਅਟੈਚੀ ਨਹੀਂ ਲੈ ਸਕਿਆ ਤੇ ਖਾਦ ਵਾਲੇ ਗੱਟੇ 'ਚ ਲੀੜਾ ਲੱਤਾ ਪਾਈ ਫਿਰਦਾ ਆ। ਉਹ ਭਲਿਓ ਮਾਨਸੋ, ਰੱਬ ਦੀ ਕਿਰਪਾ ਹੈ ਇਹਨਾਂ ਨੌਜਵਾਨਾਂ ਦੋਵੇਂ ਭਰਾਵਾਂ ਤੇ। ਇਹਨਾਂ ਹੀ ਸਾਡੇ ਪਿੰਡ 'ਚ ਵੀ ਗੁਜ਼ਾਰੇ ਜੋਗੀ ਸੋਹਣੀ ਜਾਇਦਾਦ ਹੈ। ਆਪ ਇਹ ਨੌਜਵਾਨ ਭਾਰਤ ਦੀ ਆਰਮੀ ਦੀ ਸਿੱਖ ਰੈਜੀਮੈਂਟ ਦਾ ਫੌਜੀ ਹੈ। ਪਿਛਲੇ 4-5 ਸਾਲਾਂ ਤੋਂ ਭਾਰਤੀ ਫੌਜ 'ਚ ਆਪਣੀ ਡਿਊਟੀ ਨਿਭਾ ਰਿਹਾ ਹੈ। ਪੋਸਟ ਪੜ੍ਹ ਰਹੀ ਹਾਂ ਮੈਂ। ਇਹਨਾਂ ਦਾ ਪਿੰਡ ਵੀ ਘਰ-ਬਾਰ ਹੈ, ਪੱਕੀ ਰਿਹਾਇਸ਼ ਸ੍ਰੀ ਮੁਕਤਸਰ ਸਾਹਿਬ ਸ਼ਹਿਰ 'ਚ ਹੈ। ਇਹਨਾਂ ਨੌਜਵਾਨਾਂ ਨੇ ਆਪਣੀ ਮਿਹਨਤ ਕਰਕੇ ਆਪਣਾ ਸੋਹਣਾ ਘਰ-ਬਾਰ ਸ਼ਹਿਰ 'ਚ ਵੀ ਬਣਾਇਆ ਹੈ। ਕਈ ਵਾਰ ਹੁੰਦਾ ਕਿ ਜਦੋਂ ਤੁਸੀਂ ਕਿਤੇ ਬਾਹਰ ਜਾਣ ਵਾਸਤੇ ਜਹਾਜ਼ ਦਾ ਸਫ਼ਰ ਕਰਦੇ ਹੋ ਤਾਂ ਭਾਰ ਦੀ ਇੱਕ ਸੀਮਾ ਹੁੰਦੀ ਹੈ। ਇਸ ਲਈ ਚੰਗੇ ਅਟੈਚੀ ਦਾ ਭਾਰ ਵੀ 4 ਕਿਲੋ ਤੋਂ ਤਾਂ ਹੋ ਜਾਂਦਾ ਹੈ। ਤੇ ਖਾਦ ਵਾਲਾ ਗੱਟਾ ਜਿਹੜਾ ਹੈ ਉਹ 100 ਗ੍ਰਾਮ ਦਾ ਹੁੰਦਾ ਹੈ। ਉਹਨੇ ਮੁੰਡੇ ਨੇ ਫੁਕਰੇਪੰਥੀ ਦਾ ਖਹਿੜਾ ਛੱਡ ਨਾਲੇ ਤਾਂ 5-7 ਹਜ਼ਾਰ ਅਟੈਚੀ ਦਾ ਬਚਾਇਆ, ਨਾਲੇ ਹੋਰ ਕੋਈ 4 ਚੀਜ਼ਾਂ ਵੱਧ ਪਾ ਕੇ ਲੈ ਗਿਆ ਹੋ। ਉਹਦੇ 'ਚ ਜਨਤਾ ਆਪਦੇ ਹੀ ਅੰਦਾਜ਼ੇ ਠੋਕੀ ਜਾਂਦੀ ਆ। ਜਿੰਨਾ ਚਿਰ ਕਿਸੇ ਚੀਜ਼ ਦੀ ਸੱਚਾਈ ਨਾ ਪਤਾ ਹੋਵੇ, ਐਵੇਂ ਨਾ ਸੋਸ਼ਲ ਮੀਡੀਆ ਤੇ ਰੌਲਾ ਪਾਈ ਜਾਇਆ ਕਰੋ। ਇਹ ਉਹ ਹਿੰਮਤੀ ਨੌਜਵਾਨ ਨੇ ਜਿਨ੍ਹਾਂ ਨੇ ਮਾੜੇ ਦਿਨਾਂ ਘਰੋਂ ਚਪੇੜਾ ਮਾਰ-ਮਾਰ ਕੇ ਕੱਢੇ ਨੇ। ਵਾਹਿਗੁਰੂ ਸਾਡੇ ਇਹਨਾਂ ਭਤੀਜਿਆਂ ਤੇ ਮਿਹਰ ਭਰਿਆ ਹੱਥ ਰੱਖੇ। ਥੱਲੇ ਨਾਂ ਲਿਖਿਆ ਆਪਣਾ ਸਿਮਰਜੀਤ ਸਿੰਘ ਸੰਧੂ। ਹੋ ਗਈ ਨਾ ਫਜ਼ੀਅਤ, ਹੋ ਗਈ ਨਾ ਬੇਇੱਜ਼ਤੀ। ਇਹ ਜਿਹੜੇ ਛੇਤੀ ਕਰਦੇ ਨੇ, ਇਦਾਂ ਹੀ ਹੁੰਦਾ ਜਿਨ੍ਹਾਂ ਨੂੰ ਖਬਰ ਦਾ ਪਤਾ ਨਹੀਂ ਹੁੰਦਾ ਤੇ ਅੰਦਾਜ਼ੇ ਜਿਹੜੇ ਨੇ ਉਹ ਆਪੇ ਲਾਉਂਦੇ ਨੇ ਵੀ ਗੱਟਾ ਪਿਆ ਹੋਇਆ ਹੀ ਤੇ ਗੱਟਾ ਦੇਖ ਕੇ ਲੱਗਿਆ ਵੀ ਆ ਤੇ ਵਿਚਾਰੇ ਹਾਲਤ ਬੜੀ ਮਾੜੀ ਆ। ਸੋ ਅੱਜ ਦੀਆਂ ਖਬਰਾਂ ਇੰਨੀਆਂ ਹੀ। ਅਸੀਂ ਅੱਜ ਸੋਸ਼ਲ ਮੀਡੀਆ ਨੂੰ ਬੜਾ, ਆਪਾਂ ਆਪ ਸੋਸ਼ਲ ਮੀਡੀਆ ਦੇ ਹੈਗੇ ਆ ਤੇ ਆਪਾਂ ਕਿੰਨਾ ਭੰਡ ਰਹੇ ਹੈਗੇ ਆ, ਹਨਾ। ਪਰ ਗੱਲ ਇਹੀ ਆ ਕਿ ਸੱਚੇ ਰਹਿਣਾ ਹਰ ਕਿਸੇ ਦੇ ਵੱਸ ਦੀ ਗੱਲ ਕਿੱਥੇ ਹੁੰਦੀ ਆ। ਇਹ ਤਾਂ ਬੈਨੀਪਾਲ ਸ਼ੋ ਆ ਤੇ ਮੈਂ ਬੈਨੀਪਾਲ ਸਾਹਿਬ ਦੇ ਮੋਢੇ ਨਹੀਂ ਝੁਕਾ ਸਕਦੀ, ਉਹਨਾਂ ਦਾ ਸਿਰ ਨਹੀਂ ਝੁਕਾ ਸਕਦੀ ਹੈਗੀ। ਤਾਂ ਕਰਕੇ ਚੀਜ਼ਾਂ ਜਿਹੜੀਆਂ ਉਹ ਬਿਲਕੁਲ ਅਨਫਿਲਟਰਡ ਦੱਸਦੀਆਂ ਜੀ ਤੁਹਾਨੂੰ। ਚੀਜ਼ਾਂ ਜਿਹੜੀਆਂ ਉਹ ਉਸ ਤਰ੍ਹਾਂ ਨਾਲ ਦੱਸਦੀਆਂ ਜਿਹੜੀਆਂ ਕਿ ਕਿਸੇ ਵੀ ਲਿਹਾਜ਼ ਦੇ ਨਾਲ ਤੁਸੀਂ ਕਿਦੋਂ ਵੀ ਪਤਾ ਕਰ ਲਓ, ਤੁਹਾਨੂੰ ਉਹਦੀ ਤਰੇੜ ਉਸ 'ਚ ਨਹੀਂ ਨਜ਼ਰ ਆਊਗੀ। ਉਹ ਸਾਫ਼ ਸੁਥਰਾ ਸਾਰਾ ਕੁਝ ਹੋਊਗਾ, ਸਾਰਾ ਕੁਝ ਬਿਲਕੁਲ ਸਹੀ ਹੋਊਗਾ। ਪਿੱਛੋਂ ਤੁਹਾਨੂੰ ਫਿਰ ਤੋਂ ਇੱਕ ਵਾਰੀ ਬੱਬੂ ਦੀ ਆਵਾਜ਼ ਆ ਰਹੀ ਹੋਏਗੀ।
ਪਰ ਗੱਲ ਇਹੀ ਆ ਕਿ ਮੈਂ ਮਾਫੀ ਮੰਗ ਸਕਦੀ ਹਾਂ, ਮੈਂ ਹੋਰ ਕੀ ਕਰ ਸਕਦੀ ਹਾਂ, ਮੈਂ ਇਸ ਤੋਂ ਇਲਾਵਾ ਨਹੀਂ ਕਰ ਸਕਦੀ ਕੁਛ, ਮਾਫੀ ਮੰਗ ਸਕਦੀ ਹੈਗੀ ਆ। ਬਾਕੀ ਤੁਹਾਨੂੰ ਇਹ ਕਹਿ ਦਿੱਤਾ ਕਿ ਕੁਛ ਦਿਨਾਂ ਦੀ ਗੱਲ ਰਹਿ ਗਈ ਆ ਤੇ ਕੁਛ ਦਿਨਾਂ ਬਾਅਦ ਬੈਨੀਪਾਲ ਸਾਹਿਬ ਆਪਣੀ ਟੇਬਲ ਚੇਅਰ ਤੇ ਹੋਣਗੇ ਤੇ ਤੁਹਾਡੇ ਨਾਲ ਸ਼ਾਂਤੀ ਨਾਲ ਪ੍ਰੋਗਰਾਮ ਕਰ ਰਹੇ ਹੋਣਗੇ। ਤੇ ਫਿਲਹਾਲ ਅੱਜ ਦੇ ਇਸ ਸ਼ੋਅ ਦੇ ਵਿੱਚ ਇੰਨਾ ਹੀ। ਤੇ ਖਾਸ ਗੱਲ ਇੱਥੇ ਤਾਂ ਅਲਰਟ ਜਾਰੀ ਹੋਇਆ, ਮੌਸਮ ਵਾਲਿਆਂ ਨੇ ਅਲਰਟ ਜਾਰੀ ਕਰਤਾ, ਧੁੱਪ ਨਿਕਲ ਹੀ ਨਹੀਂ ਰਹੀ, ਨਾ ਸਵੇਰੇ ਹੱਥ ਵੀ ਨਜ਼ਰ ਨਹੀਂ ਆਉਂਦਾ। ਤੇ ਤੁਸੀਂ ਵੀ ਆਪਣਾ ਬਹੁਤ 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 ਧਿਆਨ ਰੱਖਿਓ। ਸਤਿ ਸ਼੍ਰੀ ਅਕਾਲ।